ਅੱਜ ਦੇ ਸਲੋਕ ਦੇ ਦੁਆਰਾ ਭਗਤ ਜੀ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕਰਨਗੇ ਕਿ ਮਾੜੇ ਦੀ ਸੰਗਤ ਕਰਨ ਦੇ ਨਾਲ ਕੀ ਫਲ ਪ੍ਰਾਪਤ ਹੁੰਦਾ ਹੈ। ਆਮ ਤੌਰ ਤੇ ਆਪਾਂ ਦੋ ਸ਼ਬਦ ਵਰਤਦੇ ਹਾਂ, ਇੱਕ ਤਾਂ ਸਾਧ ਸੰਗਤ ਹੈ ਜਿੱਥੇ ਕੇਵਲ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ, ਤੇ ਜਿਸ ਸੰਗਤ ਨੂੰ ਇਹ ਵਡਿਆਈ ਪ੍ਰਾਪਤ ਹੈ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਸੰਗਤ ਦੇ ਅੰਦਰ ਪਰਮੇਸ਼ਰ ਆਪ ਵਰਤਦਾ ਹੈ। ਫਿਰ ਹਜੂਰ ਕਹਿੰਦੇ ਨੇ ਸੰਗਤ ਦੀ ਪ੍ਰਾਪਤੀ ਤੇਰੇ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਇਹਦੇ ਨਾਲ ਦੀ ਨਾਲ ਇੱਕ ਸ਼ਬਦ ਆਪਾਂ ਵਰਤਦੇ ਹਾਂ, ਕੁਸੰਗਤ। ਇੱਕ ਹੈ ਗੁਰਮੁਖਾਂ ਦੀ ਸੰਗਤ ਤੇ ਇੱਕ ਹੈ ਮਨਮੁਖਾਂ ਦੀ ਸੰਗਤ। ਗੁਰਮੁਖਾਂ ਦੀ ਸੰਗਤ ਟੁੱਟੇ ਹੋਏ ਮਨ ਨੂੰ ਪਰਮਾਤਮਾ ਦੇ ਨਾਲ ਜੋੜ ਦਿੰਦੀ ਹੈ। ਮਨਮੁਖਾਂ ਦੀ ਸੰਗਤ ਹੋ ਜਾਵੇ ਤੇ ਕਈ ਵਾਰੀ ਬੰਦਾ ਜੁੜਿਆ ਹੋਇਆ ਵੀ ਪਰਮਾਤਮਾ ਦੇ ਨਾਲੋਂ ਟੁੱਟ ਜਾਂਦਾ ਹੈ। ਗੁਰਮੁਖਾਂ ਦੀ ਸੰਗਤ ਕਰਨ ਦੇ ਨਾਲ ਜੀਵਨ ਸਵਰ ਜਾਂਦਾ ਹੈ ਤੇ ਲਾਹਾ ਪ੍ਰਾਪਤ ਹੁੰਦਾ ਹੈ। ਮਨਮੁਖ ਦੀ ਸੰਗਤ ਕਰਨ ਦੇ ਨਾਲ ਜੀਵਨ ਜਿਹੜਾ ਹੈ ਉਹ ਖਰਾਬ ਹੋ ਜਾਂਦਾ ਹੈ ਤੇ ਬੰਦਾ ਕਈ ਕੁਕਰਮਾਂ ਦੇ ਰਸਤੇ ਦੇ ਉੱਪਰ ਤੁਰ ਪੈਂਦਾ ਹੈ। ਸੋ ਇਸ ਸਾਰੇ ਉਪਦੇਸ਼ ਨੂੰ ਲੈ ਕਰਕੇ ਭਗਤ ਜੀ ਨੇ ਅੱਜ ਦਾ ਪਾਵਨ ਤੇ ਪਵਿੱਤਰ ਇਹ ਸਲੋਕ ਉਚਾਰਨ ਕੀਤਾ। ਜਿਸ ਸਲੋਕ ਤੋਂ ਪਹਿਲਾਂ ਸਤਿਗੁਰੂ ਆਪਣੇ ਨਾਮ ਦੀ ਮੋਹਰ ਲਾਉਂਦੇ ਨੇ, ਮਹੱਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਤੇ ਰਹਿਮਤ ਵਰਤਾ ਕਰਕੇ ਫਿਰ ਅੱਗੇ ਭਗਤ ਜੀ ਨੇ ਅੱਜ ਦਾ ਪਾਵਨ ਤੇ ਪਵਿੱਤਰ ਸਲੋਕ ਉਚਾਰਨ ਕੀਤਾ ਹੈ। ਕਬੀਰ ਚਾਵਲ ਕਾਰਨੇ ਤੁਖ ਕਉ ਮੋਲੀ ਲਾਏ, ਸੰਗ ਕੁਸੰਗੀ ਬੈਸ ਤੇ ਤਬ ਪੁੱਛੈ ਧਰਮ ਰਾਏ। ਭਗਤ ਕਬੀਰ ਜੀਆਂ ਨੇ ਇੱਥੇ ਇੱਕ ਉਦਾਹਰਨ ਦੇ ਕਰਕੇ ਫਿਰ ਸਾਨੂੰ ਇਹ ਉਪਦੇਸ਼ ਬਖਸ਼ਿਆ। ਆਮ ਤੌਰ ਤੇ ਤੁਸੀਂ ਦੇਖਿਆ ਹੋਵੇਗਾ, ਖੈਰ ਹੁਣ ਨਹੀਂ, ਪਹਿਲੇ ਸਮੇਂ ਦੇ ਅੰਦਰ ਚੌਲ ਜਿਹੜੇ ਸਨ ਉਹਨਾਂ ਨੂੰ ਉਖਲੀ ਦੇ ਵਿੱਚ ਪਾ ਕਰਕੇ ਤੇ ਮੋਹਲੀ ਦੇ ਨਾਲ ਕੁੱਟਿਆ ਜਾਂਦਾ ਸੀ। ਭਾਵ ਕਿ ਭਾਰੀ ਡੰਡਾ ਲੈ ਕਰਕੇ ਉਹਦੇ ਨਾਲ ਕੁੱਟ ਕਰਕੇ ਤੇ ਚੌਲ ਜਿਹੜੇ ਸਨ ਉਹ ਛੜੇ ਜਾਂਦੇ ਸਨ। ਜਿਹੜੇ ਅੱਜ ਤੱਕ ਖੈਰ ਮਸ਼ੀਨ ਦੇ ਨਾਲ ਆਪਾਂ ਇਹ ਕਾਰਜ ਕਰ ਲੈਂਦੇ ਆ, ਪਰ ਭਗਤ ਜੀ ਉਸ ਪੁਰਾਤਨ ਸਮੇਂ ਦੀ ਗੱਲ ਕਰਦੇ ਨੇ। ਕਹਿ ਲੱਗੇ ਹੁਣ ਚੌਲ ਨੇ ਤਾਂ ਸੱਟ ਖਾਣੀ ਸੀ, ਪਰ ਚੌਲਾਂ ਦੇ ਨਾਲ ਇੱਥੇ ਤੁਖ ਸ਼ਬਦ ਵਰਤੇ। ਤੁਖ ਦਾ ਭਾਵ ਇਹ ਹੁੰਦਾ ਹੈ ਕਿ ਜਿਨ੍ਹਾਂ ਦੇ ਅੰਦਰ ਚੌਲ ਦਾ ਦਾਣਾ ਤੇ ਨਹੀਂ ਹੁੰਦਾ, ਕੇਵਲ ਉਹ ਆਕਾਰ ਬਣਿਆ ਹੁੰਦਾ ਹੈ, ਪਰ ਉਹਨਾਂ ਨੂੰ ਮਾਰ ਉਹਨਾਂ ਨੂੰ ਵੀ ਨਾਲ ਖਾਣੀ ਪੈਂਦੀ ਹੈ। ਕਿਉਂਕਿ ਉਹਨਾਂ ਦਾ ਸੰਗ ਹੋ ਗਿਆ ਨਾਲ। ਕਬੀਰ ਚਾਵਲ ਕਾਰਨੇ ਤੁਖ ਕੋ ਮੋਹਲੀ ਲਾਏ। ਜਿਸ ਤਰ੍ਹਾਂ ਚੌਲਾਂ ਦੇ ਉੱਪਰ ਉਹ ਭਾਰੀ ਡੰਡਾ ਵੱਜ ਰਿਹਾ ਤੇ ਤੁਖ ਨੇ ਉਹਦਾ ਸੰਗ ਕਰ ਲਿਆ ਤੇ ਉਹਨੂੰ ਵੀ ਸਜ਼ਾ ਸਹਿਣੀ ਪੈ ਰਹੀ ਹੈ। ਸੰਗ ਕੁਸੰਗੀ ਬੈਸ ਤੇ ਤਬ ਪੂਛੇ ਧਰਮ ਰਾਏ। ਚਾਹੇ ਤੇਰਾ ਜੀਵਨ ਕਿੰਨਾ ਚੰਗਾ ਹੋਵੇ, ਪਰ ਜਦੋਂ ਤੂੰ ਸੰਗ ਕੁਸੰਗੀ ਬੈਸ ਤੇ, ਜਦੋਂ ਤੂੰ ਬੁਰਿਆਂ ਦੀ ਸੰਗਤ ਵਿੱਚ ਬੈਠੇਗਾ ਨਾ, ਤੂੰ ਮਾੜਾ ਕਰਮ ਨਹੀਂ ਕਰਦਾ, ਪਰ ਮਾੜੇ ਕਰਮ ਕਰਨ ਵਾਲਿਆਂ ਦੇ ਪਾਸ ਬੈਠ ਗਿਆ ਜਾ ਕਰਕੇ।
ਤੂੰ ਨਸ਼ਾ ਨਹੀਂ ਕਰਦਾ ਪਰ ਨਸ਼ੇ ਵਾਲਿਆਂ ਦੀ ਸੰਗਤ ਕਰਨ ਲੱਗ ਪਿਆ। ਤੂੰ ਚਾਹੇ ਜੂਆ ਨਹੀਂ ਖੇਡਦਾ ਪਰ ਜਿਹੜੇ ਖੇਡ ਰਹੇ ਨੇ ਜੀ ਉਹਨਾਂ ਦੇ ਪਾਸ ਬੈਠ ਗਿਆ। ਤੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਭਾਵੇਂ ਬੰਦਾ ਉਹ ਕਾਰਜ ਤਾਂ ਨਹੀਂ ਕਰਦਾ ਪਰ ਜੇ ਨਾਲ ਬੈਠਾ ਤੇ ਸੇਕ ਉਹਨੂੰ ਵੀ ਉਨਾ ਹੀ ਲੱਗਦਾ ਹੈ। ਜੇ ਉਹ ਪਕੜਿਆ ਜਾਂਦਾ ਹੈ ਨਾ ਤੇ ਉਹਦੀ ਫਿਰ ਇਹ ਗੱਲ ਨਹੀਂ ਸੁਣੀ ਜਾਂਦੀ ਕਿ ਮੈਂ ਤੇ ਵੈਸੇ ਬੈਠਾ ਸੀ ਜੀ। ਉਹਨੂੰ ਵੀ ਉਹਨਾਂ ਦੇ ਨਾਲ ਹੀ ਓਨੀ ਮਾਰ ਝੱਲਣੀ ਪੈਂਦੀ ਹੈ, ਭਾਵੇਂ ਜੀਵਨ ਕਿੱਡਾ ਸੁੱਚਾ ਹੋਵੇ। ਪਰ ਜੇ ਮਾੜੇ ਦੀ ਸੰਗਤ ਵਿੱਚ ਬੈਠ ਕਰਕੇ ਪਕੜਿਆ ਗਿਆ ਤੇ ਜਿੰਨੀ ਮਾੜੇ ਨੂੰ ਸਜ਼ਾ ਮਿਲਣੀ ਹੈ ਓਨੀ ਤੈਨੂੰ ਮਿਲ ਜਾਣੀ ਨਾਲ। ਇਸ ਕਰਕੇ ਭਗਤ ਜੀ ਨੇ ਇੱਥੇ ਇਹ ਸਮਝਾਇਆ ਕਿ ਸੰਗ ਕੁਸੰਗੀ ਬੈਸ ਤੇ ਤਬ ਪੂਛੇ ਧਰਮ ਰਾਏ। ਤੈਨੂੰ ਧਰਮਰਾਜ ਦੀ ਕਚਹਿਰੀ ਦੇ ਅੰਦਰ ਵੀ ਇਹ ਪੁੱਛਿਆ ਜਾਣਾ ਕਿ ਭਲਿਆ ਤੂੰ ਬੁਰਿਆਂ ਦੀ ਸੰਗਤ ਕਿਉਂ ਕੀਤੀ ਹੈ, ਤੂੰ ਮਾੜਿਆਂ ਦੇ ਕੋਲ ਬੈਠ ਕਰਕੇ ਕਿਉਂ ਆਪਣਾ ਸਮਾਂ ਬਰਬਾਦ ਕੀਤਾ ਹੈ। ਗੁਰਬਾਣੀ ਦੇ ਅੰਦਰ ਸਾਨੂੰ ਹਜ਼ੂਰ ਨੇ ਇੱਕ ਨਹੀਂ ਅਨੇਕਾਂ ਥਾਵਾਂ ਦੇ ਉੱਪਰ ਉਦਾਹਰਨਾਂ ਦੇ ਕਰਕੇ ਸ਼ਬਦ ਵਰਤ ਕਰਕੇ ਇਹੀ ਗੱਲ ਸਮਝਾਈ ਹੈ ਕਿ ਭਾਈ ਦੇਖੀ ਕਦੇ ਮਨਮੁਖਾਂ ਦੀ ਸੰਗਤ ਨਾ ਕਰ ਲਵੀਂ, ਇਹਦਾ ਰੰਗ ਬਹੁਤ ਜ਼ਿਆਦਾ ਮਾੜਾ ਹੈ। ਇੱਕ ਆਪਾਂ ਆਮ ਤੌਰ ਤੇ ਕਹਿੰਦੇ ਜਿਹੋ ਜੀ ਸੰਗਤ ਉਹੋ ਜੀ ਰੰਗਤ, ਜਿਹੋ ਜੀ ਸੰਗਤ ਹੋ ਜਾਵੇ ਉਹੋ ਜਿਹਾ ਮਨ ਨੂੰ ਰੰਗ ਚੜ੍ਹ ਜਾਂਦਾ ਹੈ। ਭਗਤ ਪਰਮਾਨੰਦ ਜੀ ਸ਼ਬਦ ਵਰਤਦੇ ਨੇ ਸਾਰੰਗ ਰਾਗ ਦੇ ਅੰਦਰ, ਤਾਂ ਉੱਥੇ ਭਗਤ ਪਰਮਾਨੰਦ ਜੀ ਕਹਿੰਦੇ ਹਰ ਰੋਜ਼ ਇੱਕ ਬੇਨਤੀ ਕਰਿਆ ਕਰ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਕਿ ਛਾੜ ਮਨ ਹਰ ਬੇਮੁਖਣ ਕੋ ਸੰਗ, ਕਿ ਸਤਿਗੁਰੂ ਕਿਰਪਾ ਤੇ ਰਹਿਮਤ ਕਰ ਦਿਓ ਮੇਰੇ ਉੱਪਰ, ਮੇਰਾ ਬੁਰਿਆਂ ਦੇ ਨਾਲੋਂ ਸੰਗ ਟੁੱਟ ਜਾਵੇ, ਮੈਨੂੰ ਬੁਰਿਆਂ ਦੀ ਸੰਗਤ ਪ੍ਰਾਪਤ ਨਾ ਹੋਵੇ। ਅੱਜ ਵੀ ਜਦੋਂ ਆਪਾਂ ਅਰਦਾਸ ਕਰਦੇ ਹਾਂ, ਅਰਦਾਸ ਕਰਨ ਤੋਂ ਬਾਅਦ ਸਾਡੇ ਅਖੀਰ ਦੇ ਵਿੱਚ ਬੇਨਤੀ ਦੇ ਹੀ ਸ਼ਬਦ ਹੁੰਦੇ ਨੇ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਸਤਿਗੁਰੂ ਕਿਰਪਾ ਕਰਕੇ ਉਹਨਾਂ ਦੇ ਨਾਲ ਮੇਲ ਦਵੀਂ ਜਿਨ੍ਹਾਂ ਦੇ ਨਾਲ ਮੇਲ ਹੋਣ ਦੇ ਨਾਲ ਮੈਨੂੰ ਤੂੰ ਚੇਤੇ ਆ ਜਾਵੇਂ। ਕਿਤੇ ਉਹਨਾਂ ਦੇ ਨਾਲ ਨਾ ਮੈਂ ਮਿਲ ਜਾਵਾਂ ਕਿ ਜਿਨ੍ਹਾਂ ਦੇ ਨਾਲ ਮਿਲ ਕਰਕੇ ਤੇ ਮੈਂ ਤੈਨੂੰ ਭੁੱਲ ਜਾਵਾਂ। ਮਿਲੀ ਉਹਨਾਂ ਦੇ ਨਾਲ ਜਿਨ੍ਹਾਂ ਦੇ ਨਾਲ ਮਿਲਣ ਦੇ ਨਾਲ ਮੈਨੂੰ ਤੂੰ ਚੇਤੇ ਆ ਜਾਵੇਂ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਪ੍ਰਭਾਤੀ ਰਾਗ ਦੇ ਅੰਦਰ ਸ਼ਬਦ ਵਰਤਦੇ ਨੇ, ਮਨ ਮੁਖਾਂ ਦੀ ਸੰਗਤ ਦੀ ਰੰਗਤ ਕੈਸੀ ਹੁੰਦੀ ਹੈ, ਕਿੱਦਾਂ ਇਹਦੇ ਤੋਂ ਆਪਾਂ ਖਹਿੜਾ ਛਡਾਉਣਾ ਹੈ। ਉੱਤੇ ਹਜ਼ੂਰ ਦੇ ਬਚਨ ਨੇ, ਸਤਿਗੁਰੂ ਕਹਿੰਦੇ ਝੂਠੇ ਮਨ ਕੀ ਮਤ ਹੈ ਕਰਨੀ ਬਾਦ ਵਿਵਾਦ। ਮਨ ਮੁਖ ਦੇ ਮਨ ਦੀ ਮਤ ਝੂਠ ਵਾਲੇ ਪਾਸੇ ਜਾਂਦੀ, ਉਹ ਕਦੇ ਸੱਚ ਵਾਲੇ ਮਾਰਗ ਤੇ ਨਹੀਂ ਤੁਰੇਗਾ। ਝੂਠੀ ਮਨ ਕੀ ਮਤ ਹੈ, ਮਨਮੁਖ ਬੰਦੇ ਦੀ ਮਤ ਸਦਾ ਹੀ ਝੂਠ ਵਾਲੇ ਬੰਨੇ ਨੂੰ ਜਾਵੇਗੀ। ਕਰਨੀ ਬਾਦ ਵਿਵਾਦ, ਉਸ ਦਾ ਕਰਤੱਵ ਨਿਰਾ ਇਹ ਹੈ ਕਿ ਉਹਨੇ ਜਾਣਾ ਹੀ ਝਗੜੇ ਵਾਲੇ ਬੰਨੇ ਨੂੰ ਹੈ ਭੱਜ ਕਰਕੇ। ਬਾਦ ਵਿਵਾਦ ਦਾ ਭਾਵ ਇਹ ਕਿ ਝੂਠ ਬੋਲਣਾ ਤੇ ਝਗੜਾ ਕਰਨਾ, ਇਹ ਹੈ ਮਨਮੁਖ ਦੀ ਹਾਲਤ। ਅਗਲੇ ਬਚਨ ਨੇ ਕਹਿਣ ਲੱਗੇ ਝੂਠੇ ਵਿੱਚ ਆਹ ਕਰਨ ਹੈ ਖਸਮ ਨਾ ਪਾਵੇ ਸਾਧ। ਜਦੋਂ ਬੰਦਾ ਝੂਠ ਵਿਹਾਜਣ ਵਾਸਤੇ ਅੰਦਰ ਤੋਂ ਹਉਮੈ ਤੇ ਹੰਕਾਰੀ ਹੋ ਜਾਂਦਾ ਹੈ, ਖਸਮ ਨਾ ਪਾਵੇ ਸਾਧ, ਫਿਰ ਉਹ ਪ੍ਰਮਾਤਮਾ ਦੀ ਬਖਸ਼ਿਸ਼ ਦਾ ਕਦੇ ਵਾਸਤੇ ਵੀ ਆਨੰਦ ਨਹੀਂ ਲੈ ਸਕਦਾ। ਇਹ ਮਨਮੁਖ ਦੇ ਲੱਛਣ ਦੱਸ ਰਹੇ ਸਾਨੂੰ ਸਤਿਗੁਰੂ। ਝੂਠ ਬੋਲੇਗਾ, ਹੰਕਾਰੀ ਹੋ ਜਾਵੇਗਾ ਮਨ ਦੇ ਅੰਦਰ,
परमात्मा की बख्शिश ते रहमत नूं प्राप्त नहीं कर सकेगा। कह लगे बिन नावै होर कमावना, फिक्का आवे साध। परमात्मा दे नाम नूं छड्ड करके भावें जिन्ने मर्जी कर्म कर लईए, उन्हां दा स्वाद फिक्का ही आउणा है ते जीवन भी सारा फिक्का बन जाता है। बिन नावै होर कमावना, फिक्का आवे साध। फिर अगले बचन कह लगे दुष्टि सभा विगुची है, बिख वाती जीवन बाद। कह लगे अजही भैड़ी संगत विच बैठिया खुवार ही होईदा है, क्योंकि जहे बंदियां दे मूँह दे विचों फिके ही बोल निकलते ने ते ओह हर टाइम ते जहर ही उगलते ने। उन्हां दा कीता होया संग दे नाल जीवन व्यर्थ चलिया जाता है। दुष्टि सभा विगुची है, बिख वाती जीवन बाद। वो कदे मिठा नहीं बोलणगे अपने मुख दे विचों, कदे निमरता ते भावना वाली उन्हां दी बोली नहीं होवेगी, क्योंकि वो जहर ही उगलणगे अंदर तो। ते सतगुरु कहिंदे ए भ्रम भूले मरो ना कोई। कह लगे भाई इहो जे भड़के हुए बंदियां दी संगत करके ते देखी किते तू भी कुराहे ना पै जावीं, टुट जावेगा परमात्मा दे नालों। ए भ्रम भूले मरो ना कोई, सतगुर सेव सदा सुख होई। बिन सतगुर मुक्त किने ना पाई। गुरु तो बिना भाई प्राप्ति नहीं है। गुरु तो बिना तेरी गत नहीं होनी। ते टुटिया होया दे नाल बैठ करके संगत दे विच तैनूं परमात्मा दी प्राप्ति नहीं है। होर सतगुरु जी किरपा करके समझाओ सानू, क्योंकि असीं माड़ियां दी संगत तो बच जाइए। भगत कबीर जी दा वचन है गौड़ी चेती दे अंदर। उत्थे भगत जी कहिंदे ने असीं तुहानूं होर दसदे हां कि मनमुख किदां दा हुंदा है, जिन्हां दी संगत तो आपां बचना है। उत्थे भगत जी शब्द वरतदे ने, कहण लगे हर जस सुणै ना हर गुण गावै, बातन ही असमान गिरावै। ना उन्हां हरि दा नाम सुनना है ते ना उन्हां गाउणा है, पर कह लगे उन्हां दी गल्लां सुणांगे आपां ते बातन ही असमान गिरावे। आपां कहने बंदा काश नूं टाकियां ला रहा है, गल्लां बड़ियां उच्चियां ते उच्चियां, पर ना हरि दे नाम नूं सुनना ते ना गाउणा। हर जस सुणै ना हर गुण गावै, बातन ही असमान गिरावै। अगले बचन ने ऐसे लोगन स्यों क्या कहीए। भगत जी कहिंदे की कहीए इहो जे लोगां नूं, आपां की समझा लवांगे आपां किसे नूं। कह लगे समझाउण दी गल ते दूर छड्ड, अपने मन दे अंदर एक गंढ दे ला कि जो प्रभ कीए भगत ते बाहज तिन ते सदा डराने रहिए। जिहड़े इदां दे बंदे ने उन्हां गड़ी हाथी जोड़ ते उन्हां कोल डर के रहो। तूं संगत ना कर बैठी किते इहो जिहां दी, जिन्हां दे कोल नाम नहीं हैगा, परमेश्वर दा बंदगी नहीं हैगी, पर गल्लां बड़ियां उच्चियां करनगे। उन्हां नूं तू बैठ करके समझाउण दी कोशिश ना करी ते उन्हां दे पास ना बैठी। जो प्रभ कीए भगत ते बाहज, जेड़े गुरु दी भगती सेवा ते सिमरन तो वांझे हो गए, तिन ते सदा डराने रहिए। उन्हां तो डर के ही रहना चाहिए सदाई, क्योंकि उन्हां दी हालत ये बनी हुई है। भगत जी कहिंदे आप ना देह चूरू भर पानी। आप ते कदे पानी का गिलास भी नहीं फड़ाया किसे नूं, आप कदे चुली पानी दी भी नहीं दिती किसे नूं। तेह निंदा जे गंगा आनी, ते निंदिया उन्हां दी करनगे जिन्हां ने गंगा वगाई हुई है। हथी कुछ करना नहीं ते जिहड़ा कर रहा है उहदी निंदिया करी जानी बैठ करके। मनमुख दी हालत। आप ना देह चूर पर पानी, तेह निंदा जेह गंगा आनी। बैठत उठत कुटलता चालै, आप गए औरन हूँ कालै। उठदिया बहिंदिया उन्होंने माड़ा ही सोचना सदाई, बुराई ईरखा ही चलनी मन दे अंदर। आप गए औरन हूँ काले,
ਆਪ ਤਾਂ ਰੁੜੇ ਹੀ ਰੁੜੇ ਨੇ, ਉਹ ਜਿਹੜੇ ਉਹਨਾਂ ਦਾ ਸੰਗ ਕਰ ਲੈਂਦੇ ਨੇ ਉਹਨਾਂ ਨੂੰ ਵੀ ਰੋੜ ਦਿੰਦੇ ਨੇ। ਆਪਣਾ ਜੀਵਨ ਤੇ ਖਰਾਬ ਕੀਤਾ ਹੀ ਕੀਤਾ ਹੈ, ਉਹਨਾਂ ਨੇ ਕਈਆਂ ਦਾ ਜੀਵਨ ਖਰਾਬ ਕਰ ਦੇਣਾ ਹੈ। ਛਾੜ ਕੁਕਰਚਾ ਆਣ ਨਾ ਜਾਣੈ, ਬ੍ਰਹਮਾ ਹੁਕੋ ਕਹਿਓ ਨਾ ਮਾਨੈ। ਕਹਿਣ ਲੱਗੇ ਛਾੜ ਕੁਕਰਚਾ ਆਣ ਨਾ ਜਾਣੈ, ਉਹਨਾਂ ਨੇ ਚੰਗੀ ਗੱਲ ਗ੍ਰਹਿਣ ਨਹੀਂ ਕਰਨੀ, ਕਿਸੇ ਗੱਲ ਦੇ ਉੱਪਰ ਵਿਚਾਰ ਨਹੀਂ ਕਰਨਗੇ, ਜਦੋਂ ਬੋਲਣਗੇ ਪੁੱਠੀ ਬਹਿਸ ਹੀ ਕਰਨਗੇ। ਛਾੜ ਕੁਕਰਚਾ ਆਣ ਨਾ ਜਾਣੈ, ਬ੍ਰਹਮਾ ਹੁਕੋ ਕਹਿਓ ਨਾ ਮਾਨੈ। ਆਪ ਗਏ ਔਰਨ ਹੂੰ ਖੋਵੈ, ਆਗ ਲਗਾਏ ਮੰਦਰ ਪੈ ਸੋਵੈ। ਹਾਲਤ ਇਹ ਬਣ ਗਈ ਹੈ ਕਿ ਅੱਗ ਲਾ ਕਰਕੇ ਤੇ ਉਹ ਘਰ ਦੇ ਵਿੱਚ ਸੁੱਤੇ ਹੋਏ ਨੇ, ਆਪ ਟਿਕੇ ਹੋਏ ਨੇ ਤੇ ਚਾਰ ਚਪੇਰੇ ਕਦੇ ਉਹਦਾ ਜੀਵਨ ਵਿਗਾੜਤਾ ਤੇ ਕਦੇ ਕਿਸੇ ਦਾ ਵਿਗਾੜ ਦਿੱਤਾ। ਕਹਿਣ ਲੱਗੇ ਆਵਰਣ ਹਸਤ ਆਪ ਹੈ ਕਾਨੇ, ਤਿਨ ਕੋ ਦੇਖ ਕਬੀਰ ਲਜਾਨੇ। ਭਗਤ ਕਬੀਰ ਜੀ ਕਹਿੰਦੇ ਸਾਨੂੰ ਤੇ ਇਹੋ ਜਿਹੇ ਬੰਦਿਆਂ ਨੂੰ ਦੇਖ ਕਰਕੇ ਆਪ ਸ਼ਰਮ ਤੇ ਲੱਜਿਆ ਆਉਂਦੀ, ਕਰਦੇ ਕੀ ਪਏ ਸੰਸਾਰ ਦੇ ਅੰਦਰ, ਕਿੰਨਿਆਂ ਨੂੰ ਵਿਗਾੜ ਰਹੇ ਤੇ ਕਿੰਨਿਆਂ ਨੂੰ ਗਲਤ ਰਸਤੇ ਤੇ ਤੋਰ ਰਹੇ ਨੇ। ਪਰ ਸਾਨੂੰ ਵਾਰ-ਵਾਰ ਭਗਤ ਜੀ ਇਹੋ ਹੀ ਸਮਝਾਉਂਦੇ ਨੇ, ਭਾਈ ਇਹਨਾਂ ਦੀ ਸੰਗਤ ਤੋਂ ਬਚ ਜਾਈ, ਨਹੀਂ ਤਾਂ ਕਬੀਰ ਚਾਵਲ ਕਾਰਨੇ ਤੋਕੋ ਮੌਲੀ ਲਾਏ, ਸੰਗ ਕੁਸੰਗੀ ਬੈਸ ਤੇ ਤਬ ਪੂਛੇ ਧਰਮ ਰਾਏ। ਚੌਲ ਦੇ ਨਾਲ ਤੁਖ ਨੂੰ ਵੀ ਮਾਰ ਸਹਿਣੀ ਪੈਂਦੀ ਹੈ, ਜੇ ਤੂੰ ਬੁਰਿਆਂ ਦੀ ਸੰਗਤ ਵਿੱਚ ਬੈਠ ਗਿਆ ਤੇ ਸਜ਼ਾ ਤੈਨੂੰ ਵੀ ਭੁਗਤਣੀ ਪੈਣੀ ਹੈ, ਕਿਉਂਕਿ ਮਨਮੁਖ ਦੀ ਸੰਗਤ ਕਰਕੇ ਸੁਖ ਪ੍ਰਾਪਤ ਨਹੀਂ ਹੈ। ਭਗਤ ਜੀ ਕਹਿੰਦੇ ਕਬੀਰ ਮਾਰੀ ਮਰੋ ਕੁਸੰਗੀ, ਕੇਲੇ ਨਿਕਟ ਜੋ ਬੇਰ। ਉਹ ਝੂਲੈ ਉਹ ਚੀਰੀਐ, ਸਾਖਤ ਸੰਗ ਨਾ ਹੀਰ। ਕਹਿੰਦੇ ਜਿਸ ਤਰ੍ਹਾਂ ਇੱਕ ਕੇਲੇ ਦਾ ਬੂਟਾ ਹੁੰਦਾ ਹੈ, ਉਹਦੇ ਲਾਗੇ ਇੱਕ ਬੇਰੀ ਦਾ ਦਰਖਤ ਹੈ, ਹਵਾ ਆਉਂਦੀ ਹੈ ਤੇ ਜਦੋਂ ਕੇਲੇ ਦਾ ਉਹ ਵੱਡਾ ਪੱਤਾ ਹਿੱਲਦਾ ਤੇ ਉਹ ਹਵਾ ਦਿੰਦਾ ਹੈ। ਕਹਿਣ ਲੱਗੇ ਇਧਰੋਂ ਹਵਾ ਚੱਲਦੀ ਹੈ, ਕੇਲੇ ਦਾ ਪੱਤਾ ਹਵਾ ਦੇਵੇਗਾ, ਪਰ ਬੇਰੀ ਦਾ ਸੁਭਾਅ ਕੀ ਹੈ, ਉਹਨੇ ਜਦੋਂ ਹਿੱਲਣਾ ਹੈ ਤੇ ਆਪਣੇ ਕੰਡਿਆਂ ਦੇ ਨਾਲ ਉਸ ਕੇਲੇ ਦੇ ਪੱਤੇ ਨੂੰ ਚੀਰ ਕਰਕੇ ਰੱਖ ਦੇਣਾ ਹੈ। ਉਹਦੇ ਪਰਉਪਕਾਰ ਨੂੰ ਤਾਂ ਨਹੀਂ ਨਾ ਉਹਨੇ ਸਮਝਣਾ, ਕਿਉਂਕਿ ਉਹਦੇ ਕੋਲ ਹੈ ਨਹੀਂ ਕੰਡੇ, ਉਹਦਾ ਸੁਭਾਅ ਹੀ ਇਦਾਂ ਦਾ ਹੈ। ਇਸ ਕਰਕੇ ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਉਹ ਝੂਲੇ ਉਹ ਚੀਰੀ, ਉਹ ਤੇ ਹਵਾ ਦੇ ਰਿਹਾ ਤੇ ਉਹ ਕੰਡਿਆਂ ਦੇ ਨਾਲ ਚੀਰੀ ਜਾ ਰਿਹਾ ਅਗਲੇ ਬੰਨੇ। ਸਾਖਤ ਸੰਗ ਨਾ ਹੀਰ, ਸਾਖਤ ਬੰਦੇ ਦੀ ਸੰਗਤ ਇਦਾਂ ਦੀ ਹੈ, ਤੂੰ ਜਿੰਨਾ ਮਰਜ਼ੀ ਭਲਾ ਕਰ ਲਾ ਪਰ ਕੁਸੰਗੀਤ ਬੰਦੇ ਦੇ ਕੋਲ ਤੇਰਾ ਭਲਾ ਨਹੀਂ ਹੋਣਾ। ਉਹਨੇ ਤੈਨੂੰ ਜਦੋਂ ਮੌਕਾ ਲੱਗਾ ਉਹਨੇ ਜੀਵਨ ਕੱਟ ਹੀ ਦੇਣਾ ਹੈ, ਉਹਨੇ ਕੁਝ ਨਾ ਕੁਝ ਕਹਿ ਹੀ ਜਾਣਾ ਤੈਨੂੰ ਕਿਸੇ ਨਾ ਕਿਸੇ ਬੰਨਿਓ, ਭਾਵੇਂ ਤੂੰ ਜਿੰਨਾ ਮਰਜ਼ੀ ਚੰਗਾ ਬਣ ਕਰਕੇ ਵਿਖਾਲਾ ਕਿਸੇ ਨੂੰ। ਇਸ ਕਰਕੇ ਭਗਤ ਜੀ ਕਹਿੰਦੇ ਆਪਾਂ ਬੁਰੀ ਸੰਗਤ ਵਾਲੇ ਤੋਂ ਬਚ ਕਰਕੇ ਰਹਿਣਾ, ਆਪਾਂ ਲੈਣਾ ਕੀ ਹੈ। ਭਗਤ ਜੀ ਤਾਂ ਇੱਥੋਂ ਤੱਕ ਕਹਿੰਦੇ ਕਬੀਰ ਸਾਖਤ ਸੰਗ ਨ ਕੀਜੀਐ, ਦੂਰੋਂ ਜਾਈਏ ਭਾਗ, ਬਾਸਣ ਕਾਰੋ ਪਰਸੀਐ, ਤਉ ਕੁਛ ਲਾਗੇ ਦਾਗ। ਕਹਿਣ ਲੱਗੇ ਕੋਲਿਆਂ ਦੇ ਵਿੱਚੋਂ ਦੀ ਲੰਘੇਗਾ ਨਾ ਤੇ ਦਾਗ ਲੱਗਣਾ ਹੀ ਲੱਗਣਾ ਹੈ। ਇਸ ਕਰਕੇ ਕਬੀਰ ਸਾਖਤ ਸੰਗ ਨਾ ਕੀਜੀਐ, ਦੂਰੇ ਜਾਈਏ ਭਾਗ। ਜਿਹੜਾ ਪਰਮੇਸ਼ਰ ਤੋਂ ਟੁੱਟਿਆ ਹੋਇਆ, ਜਿਹਦੇ ਕੋਲ ਬੰਦਗੀ ਸੇਵਾ ਤੇ ਸਿਮਰਨ ਨਹੀਂ ਹੈ ਨਾ, ਉਹਨੂੰ ਦੂਰੋਂ ਹੀ ਵੇਖ ਕਰਕੇ ਤੇ ਪਾਸਾ ਹੀ ਵੱਟ ਜਾ, ਭਾਜੀ ਜਾ ਉਹਨੂੰ ਵੇਖ ਕਰਕੇ, ਕਿਉਂਕਿ ਕੋਲ ਖੜੇਗਾ ਤੇਰਾ ਜੀਵਨ ਉੱਚਾ ਤੇ ਸੁੱਚਾ ਹੈ। ਕੋਲ ਖੜ ਗਿਓ ਤੇ ਵੇਖਣ ਵਾਲੇ ਨੇ ਨਹੀਂ ਕਹਿਣਾ ਕਿ ਤੂੰ ਕੀ ਗੱਲਾਂ ਕਰ ਰਿਹਾ ਸੀ, ਵੇਖਣ ਵਾਲੇ ਨੇ ਤੇ ਇਹੋ ਹੀ ਕਹਿਣਾ ਨਾ ਇਹ ਵੀ ਰਲ ਗਿਆ ਇਹਦੇ ਨਾਲ ਜਾਪਦਾ। ਤਾਂ ਹੀ ਤਾਂ ਬਾਸਨ ਕਾਰੋ ਪਰਸੀਏ, ਜੇ ਉਹ ਦਾਗੀ ਹੈ ਤੈਨੂੰ ਦਾਗ ਲੱਗਣਾ ਹੀ ਲੱਗਣਾ ਹੈ ਪਾਸ ਖਲੋਤੇ ਨੂੰ, ਤੇਰੇ ਉੱਪਰ ਇਹ ਗੱਲ ਆਉਣੀ ਹੈ। ਜੇ ਇੱਕ ਦਿਨ ਉਹ ਫਸ ਗਿਆ ਤੇ ਤੇਰਾ ਵੀ ਨਾਲ ਗੱਲ ਚੱਲੇਗੀ ਕਿ ਫਲਾਣੇ ਦੇ ਕੋਲ ਵੀ ਖਲੋਤਾ ਸੀ। ਭਾਈ ਗੁਰਦਾਸ ਜੀ ਨੂੰ ਪੁੱਛੀਏ ਕਿ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਬੇਮੁਖਾਂ ਦੀ ਸੰਗਤ ਫਲ ਕਿਦਾਂ ਦਾ ਹੈ। ਉੱਥੇ ਭਾਈ ਗੁਰਦਾਸ ਜੀ ਕਹਿੰਦੇ ਵੜੀਏ ਕੱਜਲ ਕੋਠੜੀ, ਮੁਕਾਲਕ ਭਰੀਐ, ਕੱਲਰ ਖੇਤੀ ਬੀਜੀਐ, ਕਿਉ ਕਾਜ ਨਾ ਸਰੀਐ। ਕਹਿ ਲੱਗੇ ਕੋਲਿਆਂ ਦਾ ਵਪਾਰ ਕਰਾਂਗੇ ਤੇ ਕਾਲਖ ਲੱਗੇਗੀ। ਵੜੀਏ ਕੱਜਲ ਕੋਠੜੀ, ਮੁਕਾਲਕ ਭਰੀਐ, ਕੱਲਰ ਖੇਤੀ ਬੀਜੀਐ, ਕਿਉ ਕਾਜ ਨਾ ਸਰੀਐ। ਕੱਲਰ ਰੂਪੀ ਜ਼ਮੀਨ ਦੇ ਵਿੱਚ ਜਿੰਨਾ ਮਰਜ਼ੀ ਬੀਜ ਬੀਜੀ ਚੱਲ, ਕੁਝ ਨਹੀਂ ਪ੍ਰਾਪਤ ਹੋਣ ਵਾਲਾ। ਟੁੱਟੀ ਪੀਂਘੈ ਪੀਂਘੀਐ, ਪੈ ਟੋਏ ਮਰੀਐ।
ਜਿਹੜੀ ਪਤਾ ਹੈ ਕਿ ਰੱਸੀ ਨੇ ਟੁੱਟਣਾ ਹੀ ਟੁੱਟਣਾ, ਤੇ ਉਹਦੇ ਤੇ ਬੈਠ ਕਰਕੇ ਬੰਦਾ ਉਹਨੂੰ ਝੂਟਣ ਲੱਗ ਪਵੇ, ਜਦੋਂ ਰੱਸੀ ਟੁੱਟ ਗਈ ਤੇ ਤੂੰ ਜਾ ਕਰਕੇ ਟੋਏ ਦੇ ਵਿੱਚ ਡਿੱਗੇਗਾ, ਬਚਾ ਨਹੀਂ ਹੋ ਸਕਦਾ। ਕਹਿ ਲੱਗੇ ਕੰਨਾ ਫੜ ਮਨ ਤਾਰੂਆਂ ਕਿਉਂ ਦੁੱਤਰ ਤਰੀਏ। ਹੁਣ ਜਿਹੜਾ ਬੰਦਾ ਤਰਨਾ ਨਹੀਂ ਜਾਣਦਾ ਤੇ ਆਪਾਂ ਕਹੀਏ ਉਹਦੀ ਬਾਹ ਫੜ ਕਰਕੇ ਤੇ ਆਪਾਂ ਪਾਰ ਲੰਘ ਜਾਈਏ, ਨਹੀਂ ਲੰਘ ਸਕਦੇ, ਡੁੱਬਾਂਗੇ, ਕਿਉਂਕਿ ਉਹਨੂੰ ਆਪ ਤਰਨਾ ਨਹੀਂ ਆਉਂਦਾ। ਤਾਰ ਤੇ ਉਹ ਹੀ ਸਕਦਾ ਨਾ ਜਿਹੜਾ ਆਪ ਤਾਰੂ ਤੇਰੀ ਵੀ ਬਾਹ ਫੜ ਕੇ ਦੂਜੇ ਬੰਨੇ ਤੇ ਲੈ ਜਾਵੇਗਾ। ਜਿਹਨੂੰ ਆਪ ਤਰਨਾ ਨਹੀਂ ਆਉਂਦਾ, ਜੇ ਤੂੰ ਆਪਣੀ ਬਾਹ ਉਹਨੂੰ ਫੜਾਤੀ, ਉਹਨੇ ਤੇ ਡੁੱਬਣਾ ਹੀ ਡੁੱਬਣਾ ਤੇ ਨਾਲ ਤੈਨੂੰ ਵੀ ਲੈ ਡੁੱਬੇਗਾ। ਮਾੜੇ ਬੰਦੇ ਦੀ ਸੰਗਤ ਕਰਨ ਦੇ ਨਾਲ ਤੂੰ ਪਾਰ ਨਹੀਂ ਲੰਘ ਸਕਦਾ, ਉਹ ਆਪ ਵੀ ਡੁੱਬੇਗਾ ਤੇ ਤੈਨੂੰ ਵੀ ਡੁੱਬੇਗਾ। ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ, ਅੱਗ ਲਾਏ ਮੰਦਰ ਸਵੈ ਤਿਸ ਨਾਲ ਨਾ ਫਰੀਐ, ਤਿਉ ਠੱਗ ਸੰਗਤ ਬੇਮੁਖਾ ਜੀ ਜੋਖੈ ਡਰੀਏ। ਕਹਿ ਲੱਗੇ ਇਸ ਤਰ੍ਹਾਂ ਭਾਈ ਠੱਗਾਂ ਦੀ ਤੇ ਮਨਮੁਖਾਂ ਦੀ ਸੰਗਤ ਹੈ, ਜਿਨ੍ਹਾਂ ਤੋਂ ਸਦਾ ਤੂੰ ਬਚ ਕੇ ਹੀ ਰਿਹਾ ਕਰ, ਕਿਤੇ ਆਪਣੇ ਜ਼ਿੰਦਗੀ ਦਾ ਪੱਲਾ ਉਹਨਾਂ ਨੂੰ ਨਾ ਫੜਾ ਬੈਠੀ, ਕਿਤੇ ਦੇਖੀ ਇਹੋ ਜੀ ਤੇਰੀ ਹਾਲਤ ਨਾ ਬਣ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਚਨ ਜਿਹੜੇ ਰਹਿਤਨਾਮਿਆਂ ਦੇ ਅੰਦਰ ਭਾਈ ਦੇਸਾ ਸਿੰਘ ਹੁਣਾਂ ਨੇ ਲਿਖੇ ਨੇ, ਉੱਥੇ ਲਿਖਦੇ ਨੇ, ਸਤਿਗੁਰੂ ਹਜ਼ੂਰ ਕਹਿ ਲੱਗੇ, ਦੁਰਜਨ ਕੀ ਸੰਗਤ ਸੁਖ ਨਾਹੀ, ਕਰ ਵਿਚਾਰ ਦੇਖੇ ਮਨ ਮਾਹੀ। ਟੁੱਟੇ ਹੋਏ ਦੀ ਸੰਗਤ ਦੇ ਵਿੱਚੋਂ ਸੁਖ ਨਹੀਂ ਮਿਲਦਾ, ਤੇਰਾ ਜੀਵਨ ਵੀ ਬਦਲੇਗਾ। ਕਰ ਵਿਚਾਰ ਦੇਖੋ ਮਨ ਮਾਹੀ, ਵਿਚਾਰ ਕਰਕੇ ਦੇਖ ਲਈ ਆਪਣੇ ਮਨ ਦੇ ਅੰਦਰ। ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰ ਬਚਨ ਪੜ੍ਹਦੇ ਹਾਂ, ਕਹਿ ਲੱਗੇ, ਨੀਚ ਸੰਗ ਨੇ ਕੀਜੈ ਮਿੱਤਰ, ਬਚਨ ਹਾਰ ਕਾ ਝੂਠ ਚਰਿੱਤਰ। ਕਹਿ ਲੱਗੇ ਝੂਠੇ ਬੰਦੇ ਦਾ ਚਰਿੱਤਰ ਹੀ ਇਦਾਂ ਦਾ ਹੈ, ਮਨਮੁਖ ਬੰਦੇ ਦਾ ਚਰਿੱਤਰ ਹੀ ਇਦਾਂ ਦਾ ਹੈ। ਨੀਚ ਸੰਗ ਨਹਿ ਕੀਜੈ ਮਿੱਤਰ, ਕਿਤੇ ਉਹਨੂੰ ਆਪਣਾ ਨੀਚ ਨੂੰ ਮਿੱਤਰ ਨਾ ਬਣਾ ਬੈਠੀ। ਨੀਚ ਸ਼ਬਦ ਵਰਤਿਆ ਉੱਥੇ, ਕਿਉਂਕਿ ਜਿਹੜਾ ਮਨਮੁਖ ਹੋ ਗਿਆ ਕਿੱਥੋਂ ਤੱਕ ਗਿਰ ਸਕਦਾ ਹੈ, ਨੀਵਾਂ ਹੋ ਸਕਦਾ ਹੈ, ਉਹਦਾ ਅੰਦਾਜ਼ਾ ਹੀ ਕੋਈ ਨਹੀਂ ਹੈ। ਜਿੱਦਾਂ ਕੱਲ੍ਹ ਆਪਾਂ ਸ਼ਬਦ ਦੇ ਅੰਦਰ ਪੜ੍ਹਿਆ ਸੀ ਕਿ ਸਤਿਗੁਰੂ ਕਹਿ ਰਹੇ ਸਨ ਕਿ ਲੋਭੀ ਬੰਦੇ ਦਾ ਵਸਾਹ ਨਹੀਂ ਕਰਨਾ। ਅਗਲੇ ਬਚਨ ਪੜ੍ਹਦੇ ਹਾਂ, ਚੋਰ ਜਾਰ ਬਟਪਾਰ ਜਵਾਰੀ, ਕਿਰਤ ਘਾਣ ਬੰਚਕ ਚਲੀ ਕੁਚਾਰੀ। ਸੁਪਨੇ ਮੈਂ ਪੀ ਤਿਨ ਕੀ ਸੰਗਤ, ਕਰੇ ਨਾ ਕਬਹੂ ਥਿਰੇ ਨਾ ਪੰਗਤ। ਹਜ਼ੂਰ ਦੇ ਬਚਨ ਨੇ, ਸਤਿਗੁਰੂ ਕਹਿੰਦੇ ਭਲਿਆ ਸੰਗਤ ਕਰਨੀ ਮਾੜੇ ਦੀ, ਕਹਿ ਲੱਗੇ ਕਿਤੇ ਸੁਪਨਾ ਵੀ ਨਾ ਲੈ ਬੈਠੀ। ਸੁਪਨਾ ਲੈਣਾ ਵੀ ਮਾੜਾ ਹੈ, ਸੰਗਤ ਕਰਨੀ ਤਾਂ ਕਿਤੇ ਦੀ ਗੱਲ ਰਹਿ ਗਈ। ਕਹਿ ਲੱਗੇ ਵਿਖਿਅਨ ਕੈ ਬਿਸੀ ਨਰ ਫਿਰੋ, ਲੱਖ ਦੁਰਜਨ ਤਤ ਸ਼ਨ ਪਰਹੋ। ਜਥਾ ਅਗਣ ਤੇ ਲੋਤ ਪਾਇਓ, ਦਿਪਤ ਜਾਤ ਨੈ ਹਾਥ ਸੁਹਾਇਓ। ਹੁਣ ਲੋਹਾ ਤਪਦਾ ਹੋਵੇ ਤੇ ਹੱਥ ਲਾਵਾਂਗੇ ਤੇ ਹੱਥ ਸੜੇਗਾ ਹੀ ਨਾ, ਆਪਾਂ ਫੜ ਤੇ ਨਹੀਂ ਨਾ ਸਕਦੇ ਗਰਮ ਨੂੰ। ਮਨਮੁਖਾਂ ਦੀ ਸੰਗਤ ਇਦਾਂ ਦੀ ਹੈ, ਜੇ ਇਹਦੇ ਨਾਲ ਛੋ ਗਿਆ, ਗਰਮ ਲੋਹਾ ਹੱਥ 'ਚ ਫੜਿਆ ਤੇ ਹੱਥ ਸੜੇਗਾ। ਮਨਮੁਖ ਬੰਦੇ ਦਾ ਸੰਗ ਕਰ ਲਿਆ ਤੇ ਤੇਰੇ ਚੰਗੇ ਕਰਮ ਵੀ ਖਤਮ ਹੋਣਗੇ। ਇਸ ਕਰਕੇ ਭਗਤ ਜੀ ਆਖਰੇ ਨੇ, ਸੰਗ ਕੁਸੰਗੀ ਬੈਸ ਤੇ ਤਬ ਪੁੱਛੇ ਧਰਮ ਰਾਏ। ਤੈਨੂੰ ਪੁੱਛਿਆ ਜਾਣਾ ਰੱਬ ਦੀ ਦਰਗਾਹ ਦੇ ਅੰਦਰ ਕਿ ਉਹ ਭਲਿਆ ਤੂੰ ਬੁਰਿਆਂ ਦੀ ਸੰਗਤ ਕਰ ਬੈਠਾ। ਹੋਰ ਦੇਖੀਏ ਗੁਰਬਾਣੀ ਦੇ ਅੰਦਰ ਸਤਿਗੁਰੂ ਸਾਨੂੰ ਦੱਸੋ ਉਹਨਾਂ ਦੇ ਹੋਰ ਕੀ ਲੱਛਣ ਹੁੰਦੇ ਨੇ ਜਿਨ੍ਹਾਂ ਦੀ ਸੰਗਤ ਅਸੀਂ ਨਹੀਂ ਕਰਨੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ, ਮਨਮੁਖ ਊਦਾ ਕੌਲ ਹੈ, ਨਾ ਤਿਸ ਭਗਤ ਨਾ ਨਾਉ। ਮਨਮੁਖ ਬੰਦੇ ਦਾ ਹਿਰਦਾ ਕਹਿਣ ਲੱਗੇ ਇਦਾਂ ਹੈ ਜਿੱਦਾਂ ਭਾਂਡਾ ਜਿਹੜਾ ਆਪਾਂ ਉਲਟਾ ਮੂਧਾ ਕਰਕੇ ਰੱਖ ਦਿੰਦੇ ਆ। ਹੁਣ ਮੀਂਹ ਪੈਂਦਾ ਕਿੰਨਾ ਮੂਹਰੇ ਧਾਰ, ਤੇ ਜਿਹੜਾ ਭਾਂਡਾ ਸਿੱਧਾ ਉਹਦੇ ਵਿੱਚ ਹੀ ਪਾਣੀ ਪੈਣਾ ਤੇ ਉਹਨੇ ਭਿੱਜਣਾ। ਜਿਹਦਾ ਭਾਂਡੇ ਦਾ ਮੂੰਹ ਪੁੱਠਾ ਹੋ ਗਿਆ, ਜਿੰਨਾ ਮਰਜ਼ੀ ਮੀਂਹ ਪਈ ਜਾਵੇ ਉਹਨੇ ਖਾਲੀ ਦਾ ਖਾਲੀ ਰਹਿ ਜਾਣਾ, ਉਹ ਨਹੀਂ ਭਰ ਸਕਦਾ। ਕਹਿਣ ਲੱਗੇ ਮਨਮੁਖ ਊਦਾ ਕੌਲ ਹੈ, ਉਸ ਬੰਦੇ ਦਾ ਹਿਰਦਾ ਇਦਾਂ ਦਾ ਹੋ ਜਾਂਦਾ ਹੈ ਮਨਮੁਖ ਦਾ ਕਿ ਸਮਝ ਲਓ ਭਾਂਡਾ ਮੂਧਾ ਵੱਜਾ ਹੈ। ਭਾਵੇਂ ਉਹ ਸੇਵਾ ਕਰੀ ਜਾਂਦਾ ਤੇ ਭਾਵੇਂ ਸਿਮਰਨ ਕਰੀ ਜਾਂਦਾ ਹੈ, ਜੇ ਉਹ ਗੁਰੂ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣ ਕੇ ਜੀਵਨ ਨਹੀਂ ਸਵਾਰਦਾ ਤੇ ਭਾਂਡਾ ਖਾਲੀ ਦਾ ਖਾਲੀ ਹੈ। ਨਾ ਤਿਸ ਭਗਤ ਨਾ ਉਹਦੇ ਵਿੱਚ ਭਗਤੀ ਹੈ ਤੇ ਨਾ ਉਹਦੇ ਵਿੱਚ ਸਿਮਰਨ ਹੈ। ਅਗਲੇ ਬਚਨ ਕਹਿਣ ਲੱਗੇ, ਸਕਤੀ ਅੰਦਰ ਵਰਤਦਾ ਕੂੜ ਤਿਸ ਕਾਹੇ ਉਪਾਉ। ਉਹ ਹਰ ਇੱਕ ਕੰਮ ਝੂਠ ਦਾ ਸਹਾਰਾ ਲੈ ਕਰਕੇ ਕਰ ਰਿਹਾ ਹੈ। ਉਹਨੇ ਆਪਣੀ ਜ਼ਿੰਦਗੀ ਦਾ ਮਨੋਰਥ ਹੀ ਸਾਰਾ
कूड़ तिसका है उपाओ, झूठ दे ऊपर खड़ा कर लिया है। तिसके अंदर चेत ना भिजाई, मुख फीका अलाओ। कह लगियो जदों भी जबान तो बोलेगा फिका ही बोलेगा, ਉਹਦੀ ਕਹੀ ਹੋਈ ਗੱਲ ਤੁਹਾਡੇ ਅੰਦਰ ਨੂੰ ਚੀਰ ਕਰਕੇ ਹੀ ਲੰਘੇਗੀ। ਤਿਸਕਾ ਅੰਦਰ ਚਿੱਤ ਨਾ ਭਿਜਾਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਕਿਉਂਕਿ ਚਿੱਤ ਦੇ ਅੰਦਰ ਨਾਮ ਸਿਮਰਨ ਤੇ ਭਾਵਨਾ ਹੈ ਨਹੀਂ, ਜਿਹਦੇ ਕੋਲ ਇਹ ਚੀਜ਼ਾਂ ਨਹੀਂ, ਕਹਿਣ ਲੱਗੇ ਉਹ ਫਿੱਕਾ ਹੀ ਬੋਲਦਾ ਹੈ। ਮੁੱਖ ਫੀਕਾ ਲਾਓ, ਉਹ ਧਰਮ ਰਾਏ ਨਾ ਰਲਣ, ਉਹਨਾਂ ਅੰਦਰ ਕੂੜ ਸਵਾਓ। ਭਾਵੇਂ ਉਹਨਾਂ ਨੂੰ ਜਿੰਨਾ ਮਰਜ਼ੀ ਕੋਈ ਧਰਮ ਦੇ ਨਾਲ ਜੋੜਨਾ ਚਾਹੇ, ਪਰ ਉਹਨਾਂ ਦੇ ਅੰਦਰ ਕੂੜ ਵਰਤ ਚੁੱਕਾ ਹੈ। ਨਾਨਕ ਕਰਤੇ ਬਣਤ ਬਣਾਈ, ਮਨਮੁਖ ਕੂੜ ਬੋਲ ਬੋਲ ਡੁੱਬੇ, ਗੁਰਮੁਖ ਤਰੇ ਜਪ ਹਰ ਨਾਉ। ਮਨਮੁਖ ਡੁੱਬੇਗਾ ਡੁੱਬੇਗਾ, ਤਰੇਗਾ ਕੌਣ? ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਭਾਵਨਾ ਬਣਾ ਲਈ, ਜਿਹੜੇ ਸੇਵਾ ਤੇ ਸਿਮਰਨ ਦੇ ਵਿੱਚ ਜੁੜ ਗਏ, ਕਰਦਿਆਂ ਇਹੋ ਜਿਹਾ ਆਪਣਾ ਜੀਵਨ ਬਣਾ ਲਿਆ ਕਿ ਅਸੀਂ ਆਪ ਚੰਗੇ ਨਹੀਂ, ਕਿਸੇ ਨੂੰ ਬੁਰਾ ਨਹੀਂ ਕਹਿਣਾ, ਮੇਰੀ ਜ਼ੁਬਾਨ 'ਚੋਂ ਕਿਸੇ ਦਾ ਦਿਲ ਨਾ ਦੁੱਖ ਜਾਵੇ, ਮੈਂ ਜੋ ਵੀ ਕਹਿ ਰਿਹਾ ਇਹਨੂੰ ਬੋਲ ਕਰਕੇ ਮਿਟਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਆਪਾਂ ਕਹਿੰਦੇ ਪਹਿਲਾਂ ਤੋਲਣਾ ਚਾਹੀਦਾ ਫਿਰ ਬੋਲਣਾ ਚਾਹੀਦਾ। ਜੋ ਵੀ ਬੋਲਾਂ ਆਪਣੇ ਹਿਰਦੇ ਦੇ ਅੰਦਰ ਵਿਚਾਰ ਕਰਕੇ ਬੋਲਾਂ। ਇਹ ਹੈ ਗੁਰਮੁਖਾਂ ਦੀ ਸੰਗਤ ਕਰਨ ਦਾ ਲਾਹਾ ਤੇ ਗੁਰਮੁਖਾਂ ਵਾਲੇ ਲੱਛਣ। ਨਹੀਂ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਨਮੁਖ ਮਨ ਨਾ ਭਿਜਾਈ, ਅਤ ਮੈਲੇ ਚਿੱਤ ਕਠੋਰ। ਮਨ ਮੁਖਾਂ ਦਾ ਪ੍ਰਮਾਤਮਾ ਦੀ ਕਿਰਪਾ ਤੇ ਰਹਿਮਤ ਦੇ ਨਾਲ ਮਨ ਨਹੀਂ ਭਿੱਜਦਾ। ਅਤ ਮੈਲੇ ਚਿੱਤ ਕਠੋਰ, ਉਹਨਾਂ ਦੇ ਮਨ ਦੇ ਅੰਦਰ ਮੈਲ ਤੇ ਉਹ ਪੱਥਰ ਦੀ ਤਰ੍ਹਾਂ ਕਠੋਰ ਹੋ ਜਾਂਦੇ ਨੇ। ਪੱਥਰ ਨੂੰ ਪਾਣੀ ਦੇ ਵਿੱਚ ਰੱਖੋ, ਉਹਦੇ ਅੰਦਰ ਪਾਣੀ ਅਸਰ ਨਹੀਂ ਕਰਦਾ, ਬਾਹਰ ਕੱਢ ਦਿਓ ਤੇ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ ਹੈ। ਇਹ ਕਦੇ ਦ੍ਰਿਸ਼ਟਾਂਤ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਵਿਖਾਇਆ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ। ਸਤਿਗੁਰੂ ਪਾਤਸ਼ਾਹ ਜੀ ਦਾ ਇੱਕ ਪਰਮ ਪਿਆਰਾ ਸਿੱਖ ਹੈ ਜਿਹਦਾ ਨਾਮ ਇਤਿਹਾਸ ਦੇ ਵਿੱਚ ਭਾਈ ਜੱਗਾ ਕਰਕੇ ਆਉਂਦਾ ਹੈ। ਇਹਨੇ ਬੜੀ ਲਗਨ ਤੇ ਮਿਹਨਤ ਦੇ ਨਾਲ ਸਤਿਗੁਰਾਂ ਦੇ ਘਰ ਦੀ ਸੇਵਾ ਕਰਨੀ, ਬੜੇ ਪ੍ਰੇਮ ਦੇ ਨਾਲ ਭੇਜ ਕਰਕੇ, ਤੇ ਸਤਿਗੁਰਾਂ ਨੇ ਉਹਨੂੰ ਬਹੁਤ ਜ਼ਿਆਦੀਆਂ ਬਖਸ਼ਾਂ ਤੇ ਰਹਿਮਤਾਂ ਦੇਣੀਆਂ। ਤੇ ਆਮ ਤੌਰ ਤੇ ਹੀ ਹੈ ਜਿੱਥੇ ਕੋਈ ਸੱਜਣ ਇਕੱਠੇ ਰਹਿ ਰਹੇ ਨੇ, ਇੱਕ ਦੂਜੇ ਦੇ ਪ੍ਰਤੀ ਈਰਖਾ ਪੈਦਾ ਹੋ ਜਾਂਦੀ ਹੈ। ਕੁਝ ਸੋਚਣ ਲੱਗੇ ਸਾਡੇ ਤੋਂ ਮਗਰੋਂ ਆਇਆ ਤੇ ਅੱਗੇ ਨਿਕਲਦਾ ਜਾਂਦਾ ਹੈ। ਸਤਿਗੁਰੂ ਇਹਨੂੰ ਬਹੁਤ ਨਵਾਜਦੇ ਨੇ। ਕਈਆਂ ਨੇ ਕਹਿਣ ਲੱਗੇ ਉਸ ਸੱਜਣ ਨੂੰ ਬੜਾ ਬੁਰਾ ਭਲਾ ਵੀ ਬੋਲਿਆ, ਕਈ ਕੁਝ ਕਿਹਾ ਉਹਨੂੰ, ਤੂੰ ਬਹੁਤਾ ਅੱਗੇ ਹੋਣ ਦੀ ਕੋਸ਼ਿਸ਼ ਨਾ ਕਰਿਆ ਕਰ। ਪਰ ਉਸ ਸੱਜਣ ਨੇ ਕਿਸੇ ਦੀ ਵੀ ਗੱਲ ਦਾ ਜਵਾਬ ਨਹੀਂ ਦਿੱਤਾ, ਜੋ ਕੋ ਕਹਿੰਦਾ ਕਹੀ ਜਾਵੇ। ਕਿਉਂਕਿ ਜਿਹੜੇ ਨਿਸ਼ਾਨਾ ਰੱਖ ਕਰਕੇ ਗੁਰੂ ਨੂੰ ਮਿਲਣ ਦਾ ਤੁਰਦੇ ਨੇ ਨਾ, ਉਹ ਨਹੀਂ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਕਰਦੇ, ਜੋ ਕੋ ਮਰਜ਼ੀ ਕਹੀ ਜਾਵੇ, ਉਹ ਆਪਣੇ ਨਿਸ਼ਾਨੇ ਤੇ ਤੁਰੇ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਜਾਣੀ ਜਾਣ ਨੇ, ਸਾਰਾ ਕੁਝ ਜਾਣਦੇ ਨੇ। ਅੱਜ ਜਦੋਂ ਇਹ ਸਿੱਖ ਸਤਿਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਆਣ ਕਰਕੇ ਹਾਜ਼ਰ ਹੋਇਆ ਤੇ ਕਲਗੀਧਰ ਪਾਤਸ਼ਾਹ ਸਤਿਗੁਰੂ ਪੁੱਛਦੇ ਨੇ, ਕਹਿਣ ਲੱਗੇ ਭਾਈ ਤੈਨੂੰ ਸਿੱਖ ਕੀ ਆਂਦੇ ਸਨ? ਕਹਿਣ ਲੱਗਾ ਨਹੀਂ ਸਤਿਗੁਰੂ ਪਾਤਸ਼ਾਹ ਜੀ ਮੈਨੂੰ ਤੇ ਕਿਸੇ ਨੇ ਕੁਝ ਨਹੀਂ ਆਖਿਆ, ਪਰ ਸਤਿਗੁਰੂ ਤਾਂ ਹੁਣ ਜਾਣਦੇ ਨੇ ਨਾ ਸਾਰਾ ਕੁਝ। ਕੁਝ ਕੁ ਸਿੱਖਾਂ ਨੂੰ ਜਿਹੜੀ ਪਾਸ ਸੰਗਤ ਬੈਠੀ ਸੀ, ਸਤਿਗੁਰੂ ਕਹਿਣ ਲੱਗੇ ਜਾਓ ਭਾਈ ਇੱਦਾਂ ਕਰੋ, 2 ਭਾਂਡਿਆਂ ਦੇ ਵਿੱਚ ਪਾਣੀ ਪਾ ਕਰਕੇ ਲਿਆਓ। 2 ਭਾਂਡਿਆਂ ਦੇ ਵਿੱਚ ਪਾਣੀ ਲੈ ਆਂਦਾ। ਹਜ਼ੂਰ ਕਹਿਣ ਲੱਗੇ ਇੱਕ ਦੇ ਵਿੱਚ ਛੋਟਾ ਜਿਹਾ ਪੱਥਰ ਪਾ ਦਿਓ ਤੇ ਇੱਕ ਦੇ ਵਿੱਚ ਪਤਾਸਾ ਪਾ ਦਿਓ। ਇੱਕ ਕੌਲੀ ਦੇ ਅੰਦਰ ਪਤਾਸਾ ਪਾ ਦਿੱਤਾ, ਇੱਕ ਦੇ ਵਿੱਚ ਪੱਥਰ ਰੱਖ ਦਿੱਤਾ। ਕੁਝ ਘੜੀਆਂ ਦੇ ਬਾਅਦ ਜਦੋਂ ਦੇਖਿਆ ਤੇ ਹੁਣ ਪਤਾਸੇ ਨੇ ਤੇ ਖੁਰਨਾ ਹੀ ਖੁਰਨਾ ਸੀ, ਉਹ ਪਾਣੀ ਦਾ ਰੂਪ ਹੋ ਗਿਆ। ਤੇ ਪੱਥਰ ਭਾਵੇਂ ਜਿੰਨੇ ਦਿਨ ਮਰਜ਼ੀ ਪਿਆ ਰਵੇ, ਪੱਥਰ ਨੂੰ ਤੇ ਕੋਈ ਅਸਰ ਹੋਣਾ ਹੀ ਨਹੀਂ ਪਾਣੀ ਦਾ। ਕਹਿਣ ਲੱਗੇ ਜਦੋਂ ਪਾਸ ਉਹ ਸਤਿਗੁਰੂ ਪਾਤਸ਼ਾਹ ਜੀ ਨੇ ਮੰਗਵਾਏ ਤੇ ਸਤਿਗੁਰੂ ਕਹਿੰਦੇ ਇਹਦੇ ਵਿੱਚ ਆਪਾਂ ਪਤਾਸਾ ਪਾਇਆ ਸੀ। ਕਹਿਣ ਲੱਗੇ ਹਜ਼ੂਰ ਸਤਿਗੁਰੂ ਪਤਾਸਾ ਤੇ ਪਾਣੀ ਦਾ ਰੂਪ ਹੋ ਜਾਂਦਾ, ਕੁਝ ਖਿੰਨ ਦੇ ਅੰਦਰ ਅੰਦਰ ਹੀ ਉਹ ਖੁਰ ਗਿਆ ਹੈ। ਸਤਿਗੁਰੂ ਕਹਿੰਦੇ ਪੱਥਰ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਪੱਥਰ ਨਹੀਂ ਖੁਰਦਾ। ਉੱਤੇ ਹਜ਼ੂਰ ਨੇ ਬਚਨ ਵਰਤੇ, ਕਹਿਣ ਲੱਗੇ ਭਲਿਓ ਇਹ ਹੈ ਨਿਮਰਤਾ ਦੀ ਨਿਸ਼ਾਨੀ, ਇਹ ਹੈ ਭਾਵਨਾ ਵਾਲਿਆਂ ਦੀ ਨਿਸ਼ਾਨੀ। ਕਹਿਣ ਲੱਗੇ ਗੁਰੂ ਕਾ ਸਿੱਖ ਸੇਵਾ ਤੇ ਭਾਵਨਾ ਵਾਲਾ, ਭਾਵੇਂ ਤੁਸੀਂ ਉਹਨੂੰ ਕਿੰਨਾ ਕੁਝ ਕਿਹਾ ਪਰ ਉਹਨੇ ਤੁਹਾਡੇ ਬੋਲਾਂ ਦੀ ਪਰਵਾਹ ਨਹੀਂ ਕੀਤੀ।
ਇਹੋ ਜਿਹੇ ਗੁਰਮੁਖ ਪਿਆਰਿਆਂ ਦਾ ਜੀਵਨ ਪਤਾਸੇ ਦੀ ਤਰ੍ਹਾਂ ਹੁੰਦਾ ਹੈ। ਕਹਿਣ ਲੱਗੇ ਇੰਨੀ ਨਿਮਰਤਾ ਤੇ ਕੋਮਲਤਾ ਹੁੰਦੀ, ਹੌਲੀ ਹੌਲੀ ਕਰਕੇ ਸੇਵਾ ਤੇ ਸਿਮਰਨ ਕਰਦਿਆਂ ਕਰਦਿਆਂ ਪ੍ਰਮਾਤਮਾ ਦੇ ਨਾਮ ਦੇ ਅੰਦਰ ਭੇਦ ਹੋ ਜਾਂਦੇ ਨੇ। ਤੇ ਜਿਨ੍ਹਾਂ ਦੇ ਮਨ ਦੇ ਅੰਦਰ ਕਠੋਰਤਾ ਰਹਿੰਦੀ ਹੈ, ਸਤਿਗੁਰੂ ਕਹਿੰਦੇ ਪੱਲੇ ਕੁਝ ਨਹੀਂ ਪੈਂਦਾ, ਪੱਥਰ ਦੀ ਤਰ੍ਹਾਂ ਭਿੱਜੇ ਤਾਂ ਰਹਿੰਦੇ ਨੇ, ਜਦੋਂ ਬਾਹਰ ਨਿਕਲਦੇ ਨੇ ਫਿਰ ਸੁੱਕੇ ਦੇ ਸੁੱਕੇ ਹੀ ਰਹਿ ਜਾਂਦੇ ਨੇ, ਉਹ ਖੁਰ ਨਹੀਂ ਸਕਦੇ। ਇਸ ਕਰਕੇ ਜੀਵਨ ਬਣਾਉਣਾ ਇੱਕ ਪਤਾਸੇ ਦੀ ਤਰ੍ਹਾਂ, ਜਿੰਨੀ ਨਿਮਰਤਾ ਤੇਨੀ ਕੋਮਲਤਾ। ਪਰ ਸਤਿਗੁਰੂ ਕਹਿੰਦੇ ਮਨਮੁਖ ਮਨ ਨਾ ਭਿੱਜਈ, ਅਤ ਮੈਲੇ ਚਿੱਤ ਕਠੋਰ, ਸੱਪੈ ਦੁੱਧ ਪਿਆਈਐ ਅੰਦਰ ਵਿਸ ਨਕੋਰ। ਸੱਪ ਨੂੰ ਜਿੰਨਾ ਮਰਜੀ ਦੁੱਧ ਪਿਆਲੋ, ਉਹਦੇ ਅੰਦਰ ਦਾ ਜ਼ਹਿਰ ਨਹੀਂ ਖਤਮ ਹੁੰਦਾ। ਜ਼ਹਿਰ ਤੇ ਨਹੀਂ ਨਾ ਮਰ ਸਕਦਾ, ਉਹਨੇ ਡੰਗ ਮਾਰਨਾ ਹੀ ਮਾਰਨਾ ਹੈ। ਸਤਿਗੁਰੂ ਜੀ ਨੇ ਉਦਾਹਰਨ ਦਿੱਤੀ, ਸੱਪੈ ਦੁੱਧ ਪਿਆਈਏ ਅੰਦਰ ਵਿਸ ਨਕੋਰ। ਕਹਿਣ ਲੱਗੇ ਮਨਮੁਖ ਬੰਦਾ ਇਦਾਂ ਦਾ ਹੈ, ਉਹਦੀ ਸੰਗਤ ਕਰੇਗਾ ਉਹਨੇ ਜ਼ਹਿਰ ਉਗਲਣਾ ਹੀ ਉਗਲਣਾ, ਤੈਨੂੰ ਡੰਗ ਮਾਰਨਾ ਹੀ ਮਾਰਨਾ ਹੈ। ਇਸ ਕਰਕੇ ਆਪ ਕਰੇ ਕਿਸੇ ਆਖੀਏ ਆਪੇ ਬਖਸ਼ਣਹਾਰ। ਸਤਿਗੁਰੂ ਆਪ ਹੀ ਕਿਰਪਾ ਤੇ ਰਹਿਮਤ ਕਰਕੇ ਸਾਨੂੰ ਇਹੋ ਜਿਹੇ ਮਨਮੁਖਾਂ ਦੀ ਸੰਗਤ ਤੋਂ ਬਚਾ ਕਰਕੇ ਰੱਖੋ। ਕਿਉਂਕਿ ਭਗਤ ਜੀ ਕਹਿ ਰਹੇ ਨੇ, ਸਾਗਕ ਸੰਗੀ ਬੈਸ ਤੇ ਤਬ ਪੂਛੇ ਧਰਮ ਰਾਏ। ਇਹਦਾ ਲੇਖਾ ਜੋਖਾ ਤੈਨੂੰ ਦੇਣਾ ਪੈਣਾ ਜੇ ਤੂੰ ਬੁਰਿਆਂ ਦੀ ਸੰਗਤ ਵਿੱਚ ਬੈਠ ਵੀ ਗਿਆ ਜਾ ਕਰਕੇ। ਚਾਹੇ ਤੂੰ ਉਹਨਾਂ ਵਰਗਾ ਕੁਕਰਮ ਤਾਂ ਨਹੀਂ ਕੀਤਾ, ਪਰ ਸਮਾਂ ਤੇ ਬਰਬਾਦ ਕੀਤਾ ਨਾ, ਤੂੰ ਉਹਨਾਂ ਦੇ ਨਾਲ ਦਾ ਤੇ ਬਣ ਗਿਆ, ਉਹਨਾਂ ਦੇ ਪਾਸ ਬੈਠ ਕਰਕੇ। ਜੇ ਦੁਨੀਆ ਮਾਫ ਨਹੀਂ ਕਰਦੀ, ਤੂੰ ਬੁਰਿਆਂ ਦੇ ਕੋਲ ਬੈਠਦਾ ਹੈ ਤੇ ਤੇਰੇ ਉੱਪਰ ਭਾਰ ਪੈਂਦਾ ਹੀ ਪੈਂਦਾ ਹੈ। ਇਸੇ ਤਰ੍ਹਾਂ ਹੀ ਧਰਮਰਾਜ ਦੀ ਕਚਹਿਰੀ ਦੇ ਅੰਦਰ ਵੀ ਸੱਜਣਾ ਤੈਨੂੰ ਪੁੱਛਿਆ ਜਾਣਾ ਹੈ। ਸਗਲ ਬੋਲਣ ਕੇ ਮਾਹੀ ਵਿਚਾਰ, ਨਾਚਣ ਸਿਓ ਜੋ ਮਨ ਸਿਓ ਨਾਚੇ, ਝੂਠ ਨਾ ਪਤੀਜੈ ਪਰਚੇ ਸਾਚੇ। ਇੱਕ ਇੱਕ ਬਚਨ ਦੇ ਅੰਦਰ ਹਜੂਰ ਆਖਦੇ ਨੇ, ਭਾਈ ਇਸ ਮਨ ਨੂੰ ਕੇਵਲ ਤੇ ਕੇਵਲ ਸੰਗਤ ਦੇ ਨਾਲ ਹੀ ਜੋੜ, ਕਿਉਂਕਿ ਗੁਰਮੁਖਾਂ ਦੀ ਸੰਗਤ ਦੇ ਅੰਦਰ ਬੜੀ ਵੱਡੀ ਕਿਰਪਾ ਤੇ ਰਹਿਮਤ ਵਰਤਦੀ ਹੈ, ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਦੇ ਵਿੱਚ ਵਾਹਿਗੁਰੂ ਆਪ ਵਸਦਾ ਹੈ। ਤਾਂ ਹੀ ਤਾਂ ਸਤਿਗੁਰਾਂ ਨੇ ਕਿਹਾ, ਭਾਈ ਸੰਗਤ ਦੀ ਸੇਵਾ ਕਰਨੀ, ਸੰਗਤ ਦੀ ਕੀਤੀ ਅਰਦਾਸ ਪ੍ਰਵਾਨ ਹੈ ਗੁਰੂ ਚਰਨਾਂ ਦੇ ਵਿੱਚ। ਸੰਗਤ ਵਿੱਚ ਬੈਠੇ ਆ, ਪਤਾ ਨਹੀਂ ਕਿਹੜੀ ਇਹੋ ਜਿਹੀ ਰੂਹ ਬੈਠੀ ਹੋਣੀ ਜਿਹਦੇ ਨਾਲ ਬੈਠ ਕਰਕੇ ਆਪਣਾ ਜੀਵਨ ਵੀ ਬਦਲ ਜਾਣਾ ਹੈ। ਤਾਂ ਹੀ ਤਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ, ਘਰ ਘਰ ਅੰਦਰ ਧਰਮਸ਼ਾਲ। ਘਰ ਘਰ ਦੇ ਅੰਦਰ ਵੀ ਸਤਿਗੁਰੂ ਕਹਿੰਦੇ ਆਪਾਂ ਸੰਗਤ ਕਰਨੀ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਠੋ ਸਭਾ ਵਿਛਾਈ। ਘਰ ਘਰ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਵੇਰੇ ਤੇ ਸ਼ਾਮੀ ਮਿਲ ਕਰਕੇ ਬੈਠ ਕਰਕੇ ਸੰਗਤ ਕਰਨੀ ਜ਼ਰੂਰੀ ਹੈ। ਸੰਗਤ ਵਿੱਚ ਬੈਠੇ ਹੋਏ ਨਾਮ ਜਪਣ ਦਾ ਲਾਭ ਪ੍ਰਾਪਤ ਹੁੰਦਾ ਹੈ। ਸੰਗਤ ਵਿੱਚ ਬੈਠ ਕਰਕੇ ਸੇਵਾ ਕਰਨ ਦਾ ਲਾਭ ਪ੍ਰਾਪਤ ਹੁੰਦਾ ਹੈ। ਸੰਗਤ ਦੀ ਕੀਤੀ ਹੋਈ ਅਰਦਾਸ ਗੁਰੂ ਚਰਨਾਂ ਦੇ ਅੰਦਰ ਪ੍ਰਵਾਨ ਹੋ ਜਾਂਦੀ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਹਾਂ ਤੇ ਭਾਈ ਗੁਰਦਾਸ ਜੀ ਕਹਿੰਦੇ, ਦੇਖੋ ਸੰਗਤ ਦੀ ਅਰਦਾਸ ਤੇ ਸੰਗਤ ਦਾ ਫਲ ਕਿੱਡਾ ਵੱਡਾ ਪ੍ਰਾਪਤ ਹੁੰਦਾ ਹੈ। ਉੱਥੇ ਭਾਈ ਗੁਰਦਾਸ ਜੀ ਨੇ ਪੌੜੀ ਉਚਾਰਨ ਕੀਤੀ ਤੇ ਉਦਾਹਰਨ ਦਿੱਤੀ ਹੈ। ਕਹਿਣ ਲੱਗੇ, ਸੁਖ ਰਾਜੇ ਹਰੀ ਚੰਦ ਕਾਰ, ਨਾਰ ਸੋ ਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ, ਸੁਣੇ ਗੁਰਬਾਣੀ। ਉੱਥੇ ਉਹ ਜੀਵਨ ਰੱਖਿਆ ਹੈ ਹਰੀ ਚੰਦ ਰਾਜੇ ਦਾ, ਜਿਹਦੀ ਰਾਣੀ ਦਾ ਨਾਮ ਸੀ ਤਾਰਾ ਰਾਣੀ। ਇੱਕ ਦਿਨ ਗੁਰਬਾਣੀ ਤੇ ਕਿਸੇ ਦੀ ਸੰਗਤ ਦੀ ਆਵਾਜ਼ ਕੰਨਾਂ ਦੇ ਵਿੱਚ ਪੈ ਗਈ, ਮਨ ਖਿੱਚਿਆ ਗਿਆ ਕਿ ਹਰ ਰੋਜ਼ ਸੰਗਤ ਕਰਿਆ ਕਰਾ, ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ, ਸੁਣੇ ਗੁਰਬਾਣੀ। ਆਪਣਾ ਜੀਵਨ ਬਣਾ ਲਿਆ ਕਿ ਹਰ ਰੋਜ਼ ਰਾਤ ਨੂੰ ਜਾਣਾ ਹੈ ਤੇ ਸੰਗਤ ਕਰਨੀ ਹੈ। ਕਹਿਣ ਲੱਗੇ, ਇੱਕ ਦਿਨ ਰਾਜੇ ਦੀ ਜਾਗ ਖੁੱਲੀ, ਦੇਖਿਆ ਤੇ ਰਾਣੀ ਪਾਸ ਨਹੀਂ ਹੈ। ਪਿੱਛੇ ਰਾਜਾ ਜਾਗਿਆ, ਅੱਧੀ ਰਾਤ ਨੇ ਖੰਡ ਵਿਹਾਣੀ। ਅੱਧੀ ਰਾਤ ਦਾ ਸਮਾਂ ਸੀ, ਅੱਧੀ ਰਾਤ ਅੱਗੇ ਤੇ ਅੱਧੀ ਪਿੱਛੇ ਆ। ਮਨ ਸ਼ੰਕੇ ਦੇ ਵਿੱਚ ਪੈ ਗਿਆ। ਕਹਿਣ ਲੱਗੇ, ਰਾਣੀ ਦਿਸ ਨਾ ਆਵੀ, ਮਨ ਮੈਂ ਵਰਤ ਗਈ ਹੈਰਾਨੀ। ਭਾਈ ਗੁਰਦਾਸ ਜੀ ਕਹਿੰਦੇ, ਰਾਣੀ ਆਪਣੇ ਮਹਿਲਾਂ ਦੇ ਅੰਦਰ ਨਹੀਂ ਹੈ। ਰਾਜਾ ਹੈਰਾਨ ਹੋ ਗਿਆ ਦੇਖ ਕਰਕੇ। ਕਹਿਣ ਲੱਗਾ, ਅੱਜ ਨਹੀਂ ਤੇ ਕੱਲ ਨੂੰ ਦੇਖਾਂਗਾ। ਜਦੋਂ ਅਗਲੀ ਰਾਤ ਹੋਈ, ਹੁਣ ਰਾਣੀ ਦਾ ਨੇਮ ਕਿ ਉਹਨੇ ਸੰਗਤ ਵਿੱਚ ਜਾਣਾ ਹੀ ਜਾਣਾ ਹਰ ਰੋਜ਼। ਜਦੋਂ ਰਾਜਾ ਵਿਸ਼ਰਾਮ ਕਰਦਾ ਪਿਆ, ਕਹਿਣ ਲੱਗੇ, ਹੋਰਤ ਰਾਤੀ ਉੱਠ ਕੇ ਚੱਲਿਆ ਪਿੱਛੇ ਤਰਨ ਜਵਾਨੀ।
ਰਾਣੀ ਉੱਠ ਕਰਕੇ ਮਹਿਲਾਂ ਤੋਂ ਬਾਹਰ ਨਿਕਲੀ ਤੇ ਰਾਜਾ ਮਗਰ ਮਗਰ ਤੁਰਿਆ ਜਾਂਦਾ। ਦੇਖਾ ਕਿੱਥੇ ਜਾਂਦੀ ਹੈ। ਕਹਿਣ ਲੱਗੇ ਰਾਣੀ ਬਹੁਤੀ ਸੰਗਤੀ ਰਾਜੇ ਖੜੀ ਖੜਾਓ ਨਿਸ਼ਾਨੀ। ਰਾਣੀ ਨੇ ਆਪਣੀਆਂ ਖੜਾਵਾਂ ਬਾਹਰ ਲਾਈਆਂ ਤੇ ਉੱਥੇ ਸਾਧੂਆਂ ਦੀ ਸੰਗਤ ਚੱਲ ਰਹੀ ਸੀ ਤੇ ਬੈਠ ਗਈ ਜਾ ਕਰਕੇ। ਰਾਜੇ ਨੇ ਸੋਚਿਆ ਕਿ ਮੈਨੂੰ ਦੱਸ ਕਰਕੇ ਨਹੀਂ ਆਈ ਤੇ ਹੋ ਸਕਦਾ ਸਵੇਰੇ ਮੰਨੇ ਜਾਂ ਨਾ ਮੰਨੇ, ਇੱਕ ਖੜਾ ਚੁੱਕ ਲਈ, ਇੱਕ ਖੜਾ ਲੈ ਜਾਣਾ, ਜਦੋਂ ਸਵੇਰੇ ਨਾ ਲੱਭੇਗੀ। ਕਹਿਣ ਲੱਗੇ ਜਦੋਂ ਰਾਣੀ ਬਾਹਰ ਨਿਕਲੀ, ਰਾਣੀ ਬਹੁਤ ਸੰਗਤੀ ਰਾਜੇ ਖੜੀ ਖੜਾਓ ਨਿਸ਼ਾਨੀ। ਜਦੋਂ ਬਾਹਰ ਨਿਕਲੀ ਤੇ ਕਹਿਣ ਲੱਗੇ ਰਾਣੀ ਨੇ ਦੇਖਿਆ ਤੇ ਇੱਕ ਖੜਾ ਨਹੀਂ ਹੈਗੀ। ਮਨ ਦੇ ਅੰਦਰ ਡਰ ਆਇਆ ਕਿ ਜੇ ਸਵੇਰੇ ਮੈਨੂੰ ਰਾਜੇ ਨੇ ਪੁੱਛ ਲਿਆ ਫਿਰ ਕੀ ਦੱਸਾਂਗੀ। ਚਿੰਤਾ ਧਰ ਹੋ ਗਈ। ਕਹਿਣ ਲੱਗੇ ਚਿੰਤਾ ਧਰ ਹੋ ਕਰਕੇ ਤੇ ਜਦੋਂ ਉਹਨਾਂ ਪਹੁੰਚੇ ਹੋਇਆਂ ਦੇ ਕੋਲ ਆਪਣਾ ਦੁੱਖ ਦੱਸਿਆ ਤੇ ਕਹਿਣ ਲੱਗੇ ਆਓ ਸਾਰੇ ਮਿਲ ਕਰਕੇ ਅਰਦਾਸ ਕਰੀਏ। ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਓ ਪੁਰਾਣੀ। ਕਹਿਣ ਲੱਗੇ ਅੰਦਰ ਅਰਦਾਸ ਕੀਤੀ ਸਾਰੀ ਸੰਗਤ ਨੇ ਮਿਲ ਕਰਕੇ। ਬਾਹਰ ਨਿਕਲ ਕਰਕੇ ਦੇਖਿਆ ਤੇ ਇੱਕ ਖੜਾ ਦੇ ਨਾਲ ਦੂਜੀ ਖੜਾ ਵੀ ਪਈ ਸੀ। ਕਹਿਣ ਲੱਗੇ ਖੜਾ ਉੱਥੇ ਆ ਗਈ। ਕਹਿਣ ਲੱਗੇ ਜਦੋਂ ਵਾਪਸ ਮੁੜ ਕਰਕੇ ਆਈ ਰਾਣੀ, ਰਾਜਾ ਸਾਹਮਣੇ ਦੇਖਦਾ ਕਿ ਪੁੱਛਾਂਗਾ ਇੱਕ ਖੜਾ ਕਿੱਥੇ ਹੈ। ਜਦੋਂ ਪੈਰਾਂ ਵੱਲ ਨਿਗਾਹ ਮਾਰਦਾ ਤੇ ਰਾਣੀ ਦੇ ਪੈਰਾਂ ਦੇ ਵਿੱਚ ਦੋਵੇਂ ਖੜਾਵਾਂ ਨਹੀਂ। ਅੱਗੇ ਭਾਈ ਗੁਰਦਾਸ ਜੀ ਕਹਿੰਦੇ ਰਾਜੇ ਡਿੱਠਾ ਚਲਤ ਇਹੋ ਇਹ ਖੜਾਵਾਂ ਹੈ ਚੋਜ ਵਿਡਾਣੀ। ਕਹਿ ਲੱਗਾ ਤੇ ਚੋਜ ਕੌਤਕ ਹੋ ਗਿਆ, ਖੜਾ ਤੇ ਮੈਂ ਚੁੱਕ ਕਰਕੇ ਲਿਆਇਆ ਸੀ, ਰਾਣੀ ਦੀ ਪੈਰੀ ਕਿੱਦਾਂ ਆ ਗਈ। ਕਹਿ ਲੱਗੇ ਉਸ ਟਾਈਮ ਤੇ ਫਿਰ ਪੁੱਛਿਆ ਰਾਣੀ ਨੂੰ। ਕਹਿ ਲੱਗੇ ਇੱਕ ਖੜਾ ਤਾਂ ਗਵਾਚ ਗਈ ਸੀ ਪਰ ਸੰਗਤ ਨੇ ਮਿਲ ਕਰਕੇ ਅਰਦਾਸ ਕੀਤੀ। ਸੰਗਤ ਦੀ ਅਰਦਾਸ ਦੇ ਵਿੱਚ ਇੰਨੀ ਤਾਕਤ ਹੈ, ਪ੍ਰਮਾਤਮਾ ਨੇ ਕਿਰਪਾ ਵਰਤਾਈ ਤੇ ਦੇਖਦਿਆਂ ਦੇਖਦਿਆਂ ਮੇਰੀ ਖੜਾਵਾਂ ਦਾ ਜੋੜਾ ਪੂਰਾ ਹੋ ਗਿਆ। ਕਹਿ ਲੱਗੇ ਰਾਜਾ ਵੀ ਸਾਧ ਸੰਗਤ ਵਿਟੋ ਕੁਰਬਾਨੀ, ਹੱਥ ਜੋੜੇ ਤੇ ਮੰਨਣ ਲੱਗ ਪਿਆ ਕਿ ਸੰਗਤ ਵਿੱਚ ਕਿੱਡੀ ਵੱਡੀ ਤਾਕਤ ਹੈ। ਇਹ ਹੈ ਸੰਗਤ ਦੀ ਹਰ ਜਸ ਕਰਨ ਦੀ ਏਡੀ ਵੱਡੀ ਤਾਕਤ, ਜਿਹਨੂੰ ਹਜ਼ੂਰ ਨੇ ਗੁਰਬਾਣੀ ਦੇ ਅੰਦਰ ਕਿਹਾ ਏ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹ ਪ੍ਰਮਾਤਮਾ ਆਪ ਵਸਦਾ ਹੈ ਸੰਗਤ ਵਿੱਚ ਬੈਠ ਕਰਕੇ। ਆਪ ਸਤਿਗੁਰੂ ਕਿਰਪਾ ਵਰਤਾਉਂਦੇ ਨੇ, ਪਰ ਨਾਲ ਦੀ ਨਾਲ ਹਜ਼ੂਰ ਸਾਨੂੰ ਇਹ ਵੀ ਸਮਝਾਉਂਦੇ ਨੇ ਭਾਈ ਹਰ ਰੋਜ਼ ਸੰਗਤ ਕਰਿਆ ਕਰ, ਇਹ ਤੇਰੇ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਵੇਖੀ ਕਿਤੇ ਕੁਸੰਗਤੀਆਂ ਦੇ ਪਾਸ ਜਾ ਕਰਕੇ ਨਾ ਬੈਠ ਜਾ, ਵੀ ਉਹਨਾਂ ਦਾ ਪ੍ਰਭਾਵ ਥੋੜਾ ਜ਼ਿਆਦਾ ਹੁੰਦਾ ਹੈ, ਕਿਉਂਕਿ ਝੂਠ ਨੂੰ ਮਨ ਛੇਤੀ ਮੰਨਦਾ ਹੈ ਤੇ ਸੱਚ ਦੀ ਪਕੜ ਨੂੰ ਘੱਟ ਜਾ ਕਰਕੇ ਪਕੜਦਾ ਹੈ। ਪਰ ਉਧਰ ਬੈਠੇਗਾ ਤੇਰਾ ਜੀਵਨ ਬਰਬਾਦ ਤੇ ਨੁਕਸਾਨ ਹੋਵੇਗਾ। ਜਿੰਨੀਆਂ ਘੜੀਆਂ ਸੰਗਤ ਵਿੱਚ ਬੈਠ ਕਰਕੇ ਬਤੀਤ ਹੋ ਗਈਆਂ, ਇਹਦਾ ਲਾਭ ਹੀ ਪ੍ਰਾਪਤ ਹੋਣਾ ਹੈ, ਇਹਦੇ ਵਿੱਚ ਘਾਟਾ ਕੋਈ ਨਹੀਂ ਪੈਣਾ। ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ, ਇੱਥੇ ਲਾਭ ਹੀ ਲਾਭ ਹੈ। ਤੇ ਭਗਤ ਜੀ ਨੇ ਤੇ ਸਾਨੂੰ ਛੋੜ ਵੀ ਬੜੀ ਦਿੱਤੀ। ਕਬੀਰ ਏਕ ਘੜੀ ਆਧੀ ਕਰੀ ਅੱਧ ਹੀ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇੱਕ ਘੜੀ ਬੈਠ ਭਗਤ ਜੀ ਕਹਿੰਦੇ, ਅਸੀਂ ਆਖੀਏ ਭਗਤ ਜੀ ਸਾਡੇ ਕੋਲ ਇੰਨਾ ਸਮਾਂ ਨਹੀਂ ਹੈਗੇ, ਕਹਿਣ ਲੱਗੇ ਅੱਧੀ ਘੜੀ ਆ ਜਾ, ਇੰਨਾ ਸਮਾਂ ਵੀ ਨਹੀਂ ਹੈਗਾ। ਭਗਤ ਜੀ ਕਹਿੰਦੇ ਉਹਦੇ ਤੋਂ ਵੀ ਅੱਧੀ ਘੜੀ ਆ ਜਾ, ਪਰ ਆ ਜ਼ਰੂਰ ਹਰ ਰੋਜ਼। ਕਿਉਂ? ਕਿਉਂਕਿ ਸੰਗਤ ਵਿੱਚ ਬੈਠਿਆਂ ਬੈਠਿਆਂ ਪਤਾ ਨਹੀਂ ਕਦੋਂ ਕਿਰਪਾ ਵਰਤ ਜਾਣੀ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੌੜ ਜਨਮ ਨਹੀਂ ਆਵਾ। ਇੱਕ ਸ਼ਬਦ ਹੀ ਜਿੱਦਣ ਅੰਦਰ ਘਰ ਕਰ ਗਿਆ, ਉਦਣ ਆਉਣ ਜਾਣ ਦੇ ਚੱਕਰ ਤੋਂ ਆਪਾਂ ਛੁੱਟ ਜਾਣਾ ਹੈ। ਇਹ ਕਿਰਪਾ ਮਿਲਦੀ ਕਿੱਥੋਂ ਹੈ? ਸਤਿਗੁਰਾਂ ਦੀ ਸ਼ਰਨ ਪਿਆ, ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਬੈਠਿਆ, ਗੁਰੂ ਦੀ ਸੰਗਤ ਕੀਤਿਆਂ, ਸੇਵਾ ਤੇ ਸਿਮਰਨ ਤੇ ਵੱਡੀ ਗੱਲ ਭਾਵਨਾ ਰੱਖਣ ਦੇ ਨਾਲ। ਸਤਿਗੁਰੂ ਕਹਿੰਦੇ ਨਿਮਰਤਾ ਹੋਣੀ ਅਤ ਜ਼ਰੂਰੀ ਹੈ। ਜਿੱਦਣ ਨਿਮਰਤਾ ਆ ਗਈ ਹਿਰਦੇ ਦੇ ਅੰਦਰ, ਉਦਣ ਤੋਂ ਗੁਰੂ ਦੇ ਬਖਸ਼ਿਸ਼ ਤੇ ਰਹਿਮਤ ਦਾ ਪਾਤਰ ਬਣ ਜਾਣਾ ਹੈ। ਗੁਰਮੁਖਾਂ ਦੀ ਸੰਗਤ ਕਰ ਵੱਡਾ ਲਾਹਾ ਪ੍ਰਾਪਤ ਹੋਵੇਗਾ। ਨਹੀਂ ਤਾਂ ਭਗਤ ਜੀ ਕਹਿੰਦੇ ਕਬੀਰ ਚਾਵਲ ਕਾਰਨੇ ਤੁਖ ਕੋ ਮੌਲੀ ਲਾਏ। ਕੁੱਟਣਾ ਤੇ ਚੌਲਾਂ ਨੂੰ ਸੀ, ਪਰ ਜਿਨ੍ਹਾਂ ਨੇ ਤੁਖ ਨੇ ਚੌਲਾਂ ਦੀ ਸੰਗਤ ਕਰ ਲਈ, ਮੋਹਲੀ ਵਿੱਚ ਪਾ ਕਰਕੇ ਡੰਡਾ ਨੂੰ ਹੀ ਫੇਰਿਆ ਜਾਂਦਾ ਹੈ। ਸੰਗ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਏ। ਜੇ ਤੂੰ ਬੁਰਿਆਂ ਦੀ ਸੰਗਤ ਵਿੱਚ ਬੈਠੇਗਾ ਤੈਨੂੰ ਵੀ ਇਹਦਾ ਲੇਖਾ ਜੇਖਾ ਦੇਣਾ ਪੈਣਾ ਹੈ, ਤੈਨੂੰ ਪੁੱਛਿਆ ਜਾਣਾ ਇਹ ਸਾਰਾ ਕੁਝ, ਫਿਰ ਉੱਥੇ ਲੇਖਾ ਦੇਣਾ ਔਖਾ ਹੋ ਜਾਣਾ। ਕਬੀਰ ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ, ਉਸ ਦੀਵਾਨ ਸੱਚੇ ਮੈਂ ਪੱਲਾ ਨਾ ਪਗਰੇ ਕੋਈ। ਉੱਥੇ ਲੇਖਾ ਦੇਣਾ ਬੜਾ ਔਖਾ ਹੈ, ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜਾ ਹੈ। ਉੱਥੇ ਕੇਵਲ ਤੇ ਕੇਵਲ ਸੱਚ ਦੀ ਗੱਲ ਹੈ। ਤੇਰਾ ਝੂਠ ਸੰਸਾਰ ਰੂਪੀ ਨਹੀਂ ਚੱਲਣਾ, ਨਾ ਕੋਈ ਵੱਡੀ ਦੇ ਕਰਕੇ ਤੇ ਪੈਸੇ ਨਾਲ ਗੱਲ ਬਣਨੀ ਹੈ।
ਜਿੰਨਾ ਸਮਾਂ ਗੁਰੂ ਕੀ ਸੰਗਤ ਵਿੱਚ ਬੈਠਿਆ ਜੀਵਨ ਸਵਾਰ ਕਰਕੇ ਗਏ ਆ ਉਹ ਸਾਡਾ ਲੇਖੇ ਵਿੱਚ ਪੈ ਜਾਣਾ ਹੈ, ਬਾਕੀ ਦੀ ਤੈਨੂੰ ਸਜ਼ਾ ਭੁਗਤਣੀ ਪੈਣੀ ਹੈ। ਇਸ ਕਰਕੇ ਸਾਨੂੰ ਭਗਤ ਜੀ ਨੇ ਅੱਜ ਦੇ ਇਸ ਪਾਵਨ ਤੇ ਪਵਿੱਤਰ ਸ਼ਲੋਕ ਦੇ ਦੁਆਰਾ ਬੜੇ ਪ੍ਰੇਮ ਦੇ ਨਾਲ ਇਹ ਗੱਲ ਸਮਝਾਈ ਹੈ ਕਿ ਜਿੰਨਾ ਵੀ ਹੋ ਸਕੇ ਮਾੜੇ ਦੀ ਸੰਗਤ ਤੋਂ ਬਚ, ਉਹਦਿਆਂ ਦੇ ਪਾਸ ਨਾ ਬੈਠ, ਉਹਨਾਂ ਨੂੰ ਵੇਖ ਕਰਕੇ ਦੂਰੋਂ ਤੋਂ ਪਾਸਾ ਵਟ ਜਾ। ਹੋ ਸਕਦਾ ਉਹਨਾਂ ਦੀਆਂ ਗੱਲਾਂ ਵਿੱਚ ਆਣ ਕਰਕੇ ਤੇਰਾ ਕਿਤੇ ਮਨ ਗੁਰੂ ਦੀ ਬਖਸ਼ਿਸ਼ ਦੀ ਕਿਰਪਾ ਦਾ ਪਾਤਰ ਤੋਂ ਹੋ ਕਰਕੇ ਖਿੰਡਿਆ ਨਾ ਜਾਵੇ, ਤੂੰ ਕਿਤੇ ਆਪਣਾ ਜੀਵਨ ਨਾ ਵਿਗਾੜ ਬੈਠੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਭਗਤਾਂ ਦੀ ਰਸਨਾ ਤੋਂ ਕਿਹਾ ਹੋਇਆ ਇੱਕ ਇੱਕ ਵਚਨ ਸਾਡੇ ਜੀਵਨ ਦਾ ਅੰਗ ਬਣ ਜਾਵੇ। ਕਿਰਪਾ ਤੇ ਰਹਿਮਤ ਕਰੋ ਸਤਿਗੁਰੂ ਪਾਤਸ਼ਾਹ ਜੀ, ਅਸੀਂ ਵੀ ਗੁਰਮੁਖਾਂ ਦੀ ਸੰਗਤ ਕਰੀਏ, ਆਪ ਜੀ ਦੇ ਪਾਸ ਬੈਠੀਏ ਆਣ ਕਰਕੇ, ਜਿੰਨਾ ਵੀ ਵੱਧ ਤੋਂ ਵੱਧ ਸਮਾਂ ਨਿਕਲ ਸਕੇ ਸਾਡੇ ਕੋਲੋਂ ਇਹੀ ਲਾਹਾ ਹੈ, ਇਹੀ ਸਾਡੀ ਜ਼ਿੰਦਗੀ ਦਾ ਅਸਲੀ ਮਨੋਰਥ ਹੈ। ਤੁਹਾਡੀ ਕਿਰਪਾ ਤੇ ਰਹਿਮਤ ਦੇ ਨਾਲ ਸਾਡਾ ਇਹ ਮਨੋਰਥ ਪੂਰਾ ਹੋ ਜਾਵੇ, ਅਸੀਂ ਆਪਣੀ ਇਹ ਜਨਮ ਵਾਲੀ ਬਾਜੀ ਜਿੱਤ ਸਕੀਏ, ਦੁਬਾਰਾ ਸਾਨੂੰ ਇਸ ਚੱਕਰ ਦੇ ਵਿੱਚ ਨਾ ਪੈਣਾ ਪਵੇ। ਭਗਤ ਜੀ ਦੇ ਪਾਵਨ ਸ਼ਲੋਕ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਵਕ ਨੇ। ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਅਗਾਂਹ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਤੇ ਰਹਿਮਤ ਕਰਨ। ਆਓ ਪਾਵਨ ਸ਼ਲੋਕ ਦੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਕਬੀਰ ਚਾਵਲ ਕਾਰਨੇ ਤੁਖ ਕਉ ਮੋਹਲੀ ਲਾਏ, ਸੰਗ ਕੁਸੰਗੀ ਬੈਸ ਤੇ ਤਬ ਪੁੱਛੈ ਧਰਮ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।